ਜੋ ਧੰਨ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੀ ਬਾਣੀ ਦੀਆਂ ਲੜੀਵਾਰ ਵਿਚਾਰਾਂ ਰੋਜ਼ਾਨਾ ਆਪ ਸੰਗਤਾਂ ਗੁਰੂ ਦਰਬਾਰ ਅੰਦਰ ਜੁੜ ਕਰਕੇ ਔਰ ਆਪਣੇ ਆਪਣੇ ਘਰਾਂ ਦੇ ਵਿੱਚ ਬੈਠ ਕਰਕੇ ਇਸ ਸਥਾਨ ਤੋਂ ਸਰਵਣ ਕਰਦੀਆਂ ਹੋ, ਉਹਨਾਂ ਚੱਲ ਰਹੀਆਂ ਲੜੀਵਾਰ ਗੁਰਬਾਣੀ ਵਿਚਾਰਾਂ ਦੇ ਨਾਲ ਸਾਂਝ ਪਾਈਏ। ਵਿਚਾਰਾਂ ਆਰੰਭਣ ਤੋਂ ਪਹਿਲਾਂ ਸਤਿਗੁਰੂ ਜੀ ਕਿਰਪਾ ਕਰਨ, ਆਪਣਾ ਮਿਹਰ ਭਰਿਆ ਹੱਥ ਸਿਰ ਤੇ ਰੱਖਣ, ਮਾਲਕ ਆਪ ਰਸਨਾ ਉੱਤੇ ਵਰਤ ਕਰਕੇ ਆਪਣੀ ਬਾਣੀ ਆਪਣੇ ਸ਼ਬਦ ਦੇ ਵਿਚਾਰ ਕਰਵਾ ਲੈਣ ਔਰ ਆਪ ਸਰਬਤ ਸੰਗਤ ਬਖਸ਼ੋ ਅਸੀਸ। ਕੋਈ ਰਸਨਾ ਵਾਂਝੀ ਨਾ ਰਹੇ। ਦੋਵੇਂ ਹੱਥ ਜੋੜ ਆਪਣੀਆਂ ਮਨ ਔਰ ਬਿਰਤੀਆਂ ਇਕਾਗਰ ਕਰਦਿਆਂ ਹੋਇਆਂ ਲਵਾਓ ਗੁਰੂ ਚਰਨਾਂ ਵਿੱਚ ਹਾਜ਼ਰੀ। ਅਦਬ ਸਹਿਤ ਸਰਬਤ ਸੰਗਤ ਮਿਲ ਕਰਕੇ ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਇੱਕ ਵਾਰ ਫਿਰ ਕਰੋ ਰਸਨਾਵਾਂ ਪਵਿੱਤਰ ਔਰ ਮਿਲ ਕੇ ਆਖੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਵਾਹਿਗੁਰੂ ਸਾਹਿਬ ਜੀ। ਸਵਈਏ ਮਹੱਲੇ ਚੌਥੇ ਕੇ। ਇਕ ਓੰਕਾਰ ਸਤ ਗੁਰ ਪ੍ਰਸਾਦ। ਰਾਮ ਨਾਮ ਪਰਮ ਧਾਮ। ਸੁਧ ਬੁੱਧ ਨਿਰੀਕਾਰ। ਬੇਸ਼ੁਮਾਰ ਸਰਬਰ ਕੋ ਕਾਹੇ ਜਿਉ। ਸੁਥਰ ਚਿਤ ਭਗਤ ਹਿਤ। ਭੇਖ ਧਰਿਓ ਹਰਨਾਕਸ ਹਰਿਓ। ਨਖ ਬਿਦਾਰ ਜਿਉ। ਜਿਸ ਪਾਵਨ ਸ਼ਬਦ ਦਾ ਪਾਠ ਆਪ ਸੰਗਤ ਨੇ ਬੜੇ ਅਦਬ ਸਤਿਕਾਰ ਦੇ ਨਾਲ ਮਾਨਯੋਗ ਭਾਈ ਸਾਹਿਬ ਹੋਰਾਂ ਪਾਸੋਂ ਸਰਵਣ ਕੀਤਾ ਹੈ, ਇਹ ਪਾਵਨ ਬਚਨ ਭੱਟ ਗਯੰਦ ਜੀ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ ਸਵਈਏ ਮਹੱਲੇ ਚੌਥੇ ਕੇ ਸਰਲੇਖ ਹੇਠ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦੇ ਪਾਵਨ ਅੰਗ 1402 ਔਰ 3 ਦੇ ਉੱਪਰ ਸੁਭਾਇਮਾਨ ਹੈ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਰਾਹੀਂ ਜੋ ਭੱਟ ਜੀ ਪਾਵਨ ਉਪਦੇਸ਼ ਦੇ ਰਹੇ ਨੇ, ਜੋ ਉਹਨਾਂ ਸਾਨੂੰ ਸਿੱਖਿਆ ਦੇ ਕੇ ਸਾਡੀ ਜੀਵਨ ਜਾਚ ਉਹ ਸਾਨੂੰ ਜਿਹੜੀ ਬਖਸ਼ ਰਹੇ ਨੇ, ਉਸ ਅੰਦਰ ਉਹਨਾਂ ਅੱਜ ਸਮਝਾਉਣ ਦਾ ਜ਼ਿਕਰ ਕੀਤਾ ਕਿ ਜੋ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਨੇ, ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ ਕੀਤੀ ਉਹਨਾਂ ਨੇ। ਔਰ ਖਿਆਲ ਰੱਖਿਓ, ਉਹਨਾਂ ਨੇ ਕੁਝ ਕੁ ਅਲੰਕਾਰ ਜਿਹੜੇ ਉਹਨਾਂ ਨੂੰ ਵਰਤਿਆ ਤੇ ਉਹਨਾਂ ਅਲੰਕਾਰਾਂ ਦੇ ਰਾਹੀਂ ਉਹ ਇਹ ਪ੍ਰਗਟਾਵਾ ਕਰ ਰਹੇ ਕਿ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਐਸੇ ਨੇ ਜਿਸ ਤਰ੍ਹਾਂ ਦੇ ਨਾਲ ਸੰਸਾਰ ਦੇ ਲੋਕ ਇਹਨਾਂ ਨੂੰ ਸੇਵਦੇ ਜਾਂ ਇਹਨਾਂ ਨੂੰ ਪੂਜਦੇ ਨੇ। ਪਹਿਲੋਂ ਵੀ ਆਪ ਸੰਗਤ ਦੇ ਚਰਨਾਂ 'ਚ ਬੇਨਤੀ ਕੀਤੀ ਸੀ ਪਿਛਲੇਰੇ ਦੀਵਾਨਾਂ ਵਿੱਚ ਕਿ ਭੱਟ ਸਾਹਿਬਾਨਾਂ ਵੱਲੋਂ ਜਿਹੜੇ ਅਲੰਕਾਰ ਵਰਤੇ ਗਏ ਉਹ ਜ਼ਿਆਦਾਤਰ ਮਿਥਿਹਾਸ ਵਿੱਚੋਂ
ਜਾਂ ਸਨਾਤਨ ਧਰਮ ਦੇ ਵਰਤੇ ਗਏ ਨੇ। ਉਹਨਾਂ ਵੱਲੋਂ ਇਹ ਵਰਤੇ ਹੋਏ ਅਲੰਕਾਰ ਇਸ ਗੱਲ ਦਾ ਪ੍ਰਗਟਾਵਾ ਵੀ ਨੇ ਕਿ ਉਹ ਸਨਾਤਨ ਧਰਮ ਨਾਲ ਸੰਬੰਧ ਰੱਖਣ ਵਾਲੇ ਤੇ ਮਿਥਿਹਾਸ ਦਾ ਗਿਆਨ ਰੱਖਣ ਵਾਲੇ ਨੇ, ਜਿਸ ਕਰਕੇ ਜਦੋਂ ਉਹ ਗੁਰੂ ਰਾਮਦਾਸ ਪਾਤਸ਼ਾਹ ਧੰਨ ਗੁਰੂ ਅਰਜਨ ਸਾਹਿਬ ਦੇ ਦਰ ਉੱਤੇ ਚੱਲ ਕੇ ਆਉਂਦੇ ਨੇ ਤੇ ਇੱਥੇ ਆ ਕਰਕੇ ਜੋ ਉਹਨਾਂ ਨੇ ਉਸ ਤੋਂ ਪਹਿਲਾਂ ਪੜ੍ਹਿਆ ਜਾਂ ਵਿਚਾਰਿਆ ਸੀ, ਜਾਂ ਉਸ ਤੋਂ ਪਹਿਲਾਂ ਜੋ ਉਹਨਾਂ ਨੂੰ ਦੱਸਿਆ ਗਿਆ, ਜੋ ਸਿਖਾਇਆ ਗਿਆ, ਜੋ ਸਮਝਾਇਆ ਗਿਆ, ਉਸ ਆਧਾਰ ਦੇ ਉੱਤੇ ਉਹਨਾਂ ਨੇ ਆਪਣੇ ਗਿਆਨ ਦਾ ਪ੍ਰਗਟਾਵਾ ਜਿਹੜਾ ਉਹਨੂੰ ਕੀਤਾ। ਹੁਣ ਉਹ ਜਿਹੜਾ ਗਿਆਨ ਦਾ ਪ੍ਰਗਟਾਵਾ ਕਰ ਰਹੇ ਨੇ ਉਹ ਇਹ ਨਹੀਂ ਸਾਬਤ ਕਰਨਾ ਚਾਹੁੰਦੇ ਕਿ ਅਸੀਂ ਬੜੇ ਗਿਆਨਵਾਨ ਆ ਜਾਂ ਅਸੀਂ ਬਹੁਤ ਸੂਝਵਾਨ ਆ। ਉਹਨਾਂ ਦੇ ਉਸ ਬਚਨਾਂ ਦੇ ਰਾਹੀਂ ਉਹ ਇਸ ਗੱਲ ਦੀ ਪ੍ਰੋੜਤਾ ਕਰ ਰਹੇ ਕਿ ਗੁਰੂ ਨਾਨਕ ਦਾ ਘਰ ਬੜਾ ਵੱਡਾ ਹੈ ਤੇ ਗੁਰੂ ਨਾਨਕ ਦੇ ਘਰ ਦੀ ਬਰਾਬਰਤਾ ਸੰਸਾਰ ਦੇ ਵਿੱਚ ਕੋਈ ਦੂਸਰਾ ਐਸਾ ਨਹੀਂ ਜਿਹੜਾ ਕਰ ਸਕਦਾ ਹੋਵੇ। ਮਕਸਦ ਤੇ ਇਹੀ ਸੀ ਨਾ ਵੀ ਉਹਨਾਂ ਨੇ ਆਪਣੀ ਰਸਨਾ ਦੇ ਨਾਲ ਗੁਰੂ ਨਾਨਕ ਦੀ ਸ਼ੋਭਾ ਨੂੰ ਗਾਵਿਆ। ਗੁਰੂ ਅੰਗਦ ਸਾਹਿਬ ਜਾਂ ਬਾਕੀ ਗੁਰੂ ਸਾਹਿਬਾਨਾਂ ਦੀ ਉਹ ਵਡਿਆਈ ਨੂੰ ਗਾਉਂਦੇ ਨੇ। ਉਹ ਗਾਉਣ ਦਾ ਕਾਰਨ ਹੀ ਇਹ ਹੈ ਕਿ ਉਹ ਸਮਾਜ ਨੂੰ ਦੱਸਣਾ ਚਾਹੁੰਦੇ ਨੇ ਕਿ ਮਤਾਂ ਤੁਹਾਡੇ ਮਨਾਂ ਵਿੱਚ ਕੋਈ ਭਰਮ ਜਾਂ ਭੁਲੇਖਾ ਹੋਵੇ ਕਿ ਗੁਰੂ ਨਾਨਕ ਦਾ ਘਰ ਸਮਰੱਥ ਨਹੀਂ ਹੈ, ਜਾਂ ਮਤਾਂ ਤੁਹਾਡੇ ਮਨਾਂ ਵਿੱਚ ਇਹ ਭਰਮ ਹੋਵੇ ਕਿ ਗੁਰੂ ਨਾਨਕ ਦੇ ਘਰ ਵਿੱਚੋਂ ਕੋਈ ਸਖਣਾ ਜਾਂਦਾ ਹੈ। ਉਹ ਇਸ ਲਈ ਇਸ ਗੱਲ ਦਾ ਪ੍ਰਗਟਾਵਾ ਕਰ ਰਹੇ ਕਿ ਦੁਨੀਆ ਦੇ ਲੋਕੋ, ਇਹ ਬਾਤ ਤੁਸੀਂ ਸਮਝ ਲਓ, ਇਹ ਬਾਤ ਆਪਣੇ ਪੱਲਿਆਂ ਨਾਲ ਬੰਨ੍ਹ ਲਓ ਕਿ ਗੁਰੂ ਨਾਨਕ ਦੇ ਘਰ ਦੀ ਬਰਾਬਰਤਾ ਦੂਜਾ ਸੰਸਾਰ ਤੇ ਕੋਈ ਨਹੀਂ ਹੈ ਜਿਹੜਾ ਕਰ ਸਕਦਾ ਹੋਵੇ। ਗੁਰੂ ਨਾਨਕ ਦੇ ਘਰ ਦੀ ਸ਼ੋਭਾ ਜਿੰਨੀ ਹੈ ਉਤਨੀ ਸ਼ੋਭਾ ਦੁਨੀਆ ਦੇ ਉੱਤੇ ਕਿਸੇ ਘਰ ਦੀ ਨਹੀਂ। ਜਿਹੜੀ ਵਡਿਆਈ, ਜਿਹੜੀ ਸ਼ੋਭਾ ਤੇ ਜੋ ਦਾਤਾਂ ਗੁਰੂ ਨਾਨਕ ਦੇ ਘਰ ਵਿੱਚੋਂ ਮਿਲ ਜਾਂਦੀਆਂ ਸੰਸਾਰ ਦੇ ਕਿਸੇ ਘਰ ਦੇ ਵਿੱਚੋਂ ਉਹ ਨਹੀਂ ਮਿਲ ਸਕਦੀਆਂ। ਫਿਰ ਬਕਾਇਦਾ ਕਿਉਂਕਿ ਸੰਸਾਰ ਨੇ ਆਪਣੇ ਆਪਣੇ ਧਰਮ ਦੇ ਮੁਤਾਬਕ ਆਪਣੇ ਆਪਣੇ ਧਰਮ ਦੇ ਇਸ਼ਟਾਂ ਨੂੰ ਪੂਜਿਆ, ਉਹਨਾਂ ਨੂੰ ਸੇਵਨਾ ਕੀਤਾ, ਉਹਨਾਂ ਨੂੰ ਯਾਦ ਕਰਿਆ। ਹੁਣ ਇਹ ਨਹੀਂ ਵੀ ਕਿਸੇ ਧਰਮ ਦਾ ਇਸ਼ਟ ਮਾੜਾ ਹੈ ਜਾਂ ਕਿਸੇ ਧਰਮ ਦਾ ਇਸ਼ਟ ਚੰਗਾ। ਮੈਂ ਇਸ ਗੱਲ ਦਾ ਕੋਈ ਪ੍ਰਗਟਾਵਾ ਨਹੀਂ ਜੇ ਕਰਨਾ, ਮੈਂ ਕਿਸੇ ਨੂੰ ਨੀਵਾਂ ਜਾਂ ਉੱਚਾ ਸਾਬਤ ਕਰਨਾ ਮਕਸਦ ਨਹੀਂ। ਬਾਤ ਸਿਰਫ ਮੈਂ ਇਸ ਕਰਕੇ ਰੱਖ ਰਿਹਾ ਵੀ ਜਿਹੜਾ ਜਿਸ ਜੀਵ ਦਾ ਧਰਮ ਹੈ ਨਾ ਉਹਨੂੰ ਬਹੁਤ ਚੰਗਾ ਲੱਗਦਾ, ਜਿਸ ਧਰਮ ਨਾਲ ਉਹ ਸੰਬੰਧ ਰੱਖਦਾ ਉਹਨੂੰ ਧਰਮ ਵੀ ਬਹੁਤ ਚੰਗਾ ਲੱਗਦਾ। ਤੇ ਸੁਭਾਵਿਕ ਜਿਹੀ ਗੱਲ ਹੈ, ਜੇ ਧਰਮ ਚੰਗਾ ਲੱਗਦਾ ਤੇ ਧਰਮ ਦੇ ਇਸ਼ਟ ਵੀ ਚੰਗੇ ਲੱਗਣਗੇ। ਧਾਰਮਿਕ ਜਿਨ੍ਹਾਂ ਨੂੰ ਉਹ ਗੁਰੂ ਮੰਨ ਰਿਹਾ ਜਾਂ ਧਾਰਮਿਕ ਪੀਰ ਪੈਗੰਬਰ ਮੰਨ ਰਿਹਾ ਜਾਂ ਅਵਤਾਰ ਮੰਨ ਰਿਹਾ, ਉਹ ਵੀ ਉਹਨੂੰ ਚੰਗੇ ਲੱਗਣਗੇ। ਸੁਭਾਵਿਕ ਜਿਹੀ ਬਾਤ ਹੈ, ਕਿਉਂਕਿ ਉਹਦਾ ਸੰਬੰਧ ਹੈ ਉਸ ਧਰਮ ਦੇ ਨਾਲ। ਹੁਣ ਜਦੋਂ ਉਸ ਧਰਮ ਦੀ ਬਾਤ ਕਰਾਂਗੇ ਤੇ ਸੁਭਾਵਿਕ ਜਿਹੀ ਗੱਲ ਹੈ, ਉਹ ਜੀਵ ਜਿਹੜਾ ਉਸ ਧਰਮ ਨਾਲ ਸੰਬੰਧ ਰੱਖਣ ਵਾਲਾ ਉਹਨੂੰ ਚੰਗਾ ਲੱਗੇਗਾ ਵੀ ਮੇਰੇ ਧਰਮ ਦੀ ਗੱਲ ਹੋ ਰਹੀ ਹੈ। ਪਰ ਨਾਲ ਇੰਨਾ ਕੁ ਖਿਆਲ ਰੱਖਿਓ, ਹੁਣ ਭੱਟ ਸਾਹਿਬਾਨਾਂ ਨੇ ਉਦਾਹਰਨਾਂ ਦੂਜੇ ਸਨਾਤਨ ਧਰਮ ਦੀਆਂ ਲਈਆਂ, ਪਰ ਸ਼ੋਭਾ ਉਹ ਗੁਰੂ ਰਾਮਦਾਸ ਸਾਹਿਬ ਦੀ ਕਰ ਰਹੇ ਨੇ। ਅੱਜ ਦੇ ਇਹਨਾਂ ਪਾਵਨ ਬਚਨਾਂ ਦੇ ਵਿੱਚ ਉਹਨਾਂ ਜਦੋਂ ਉਦਾਹਰਨਾਂ ਲਈਆਂ ਤੇ ਉਦਾਹਰਨਾਂ ਉਹਨਾਂ ਫਿਰ ਸਨਾਤਨ ਧਰਮ ਦੀਆਂ ਹੀ ਲਈਆਂ, ਕਿਉਂਕਿ ਸੰਬੰਧ ਉਸ ਧਰਮ ਨਾਲ ਸੀ ਜਾਂ ਉਸ ਧਰਮ ਨਾਲ ਸੰਬੰਧ ਰੱਖਦੇ ਨੇ। ਗੁਰੂ ਨਾਨਕ ਦੇ ਘਰ ਵਿੱਚ ਆ ਕੇ ਗੁਰੂ ਨਾਨਕ ਦੇ ਘਰ ਦੇ ਗੋਲੇ ਬਣ ਗਏ, ਗੁਰੂ ਨਾਨਕ ਦੇ ਘਰ ਵਿੱਚ ਆ ਕੇ ਗੁਰੂ ਨਾਨਕ ਦੇ ਘਰ ਦੇ ਸੇਵਕ ਬਣ ਗਏ, ਇਹ ਬਾਅਦ ਵਿੱਚ ਹੈ। ਪਰ ਉਸ ਤੋਂ ਪਹਿਲਾਂ ਦੀ ਜੇ ਆਪਾਂ ਗੱਲ ਕਰਾਂਗੇ ਤੇ ਸੰਬੰਧ ਉਹਨਾਂ ਦਾ ਸਨਾਤਨ ਧਰਮ ਦੇ ਨਾਲ ਹੈ, ਜਿਸ ਕਰਕੇ ਖਿਆਲ ਬੜੇ ਧਾਰਮਿਕ ਨੇ। ਤੇ ਧਾਰਮਿਕ ਖਿਆਲ ਹੋਣ ਕਰਕੇ ਮਨ ਵਿੱਚ ਇੱਕ ਇੱਛਾ, ਮਨ ਵਿੱਚ ਇੱਕ ਭਾਵਨਾ ਹੈ ਕਿ ਅਸੀਂ ਮਨ ਦੀ ਸ਼ਾਂਤੀ, ਮਨ ਦਾ ਜਿਹੜਾ ਸਕੂਨ ਹੈ ਉਹ ਹਾਸਲ ਕਰੀਏ ਤੇ ਧਰਮ ਦਾ ਜੋ ਅਸਲ ਮਕਸਦ ਹੈ ਸਾਨੂੰ ਸਮਝ ਲੱਗੇ ਵੀ ਧਰਮ ਹੈ ਕੀ ਤੇ ਧਰਮ ਕਿਵੇਂ ਕਮਾਈਦਾ। ਹੁਣ ਜਦੋਂ ਉਹ ਗੁਰੂ ਅਰਜਨ ਸਾਹਿਬ ਦੇ ਦਰ ਤੇ ਆਉਂਦੇ ਤੇ ਫਿਰ ਇਹਨਾਂ ਸਾਰੀਆਂ ਚੀਜ਼ਾਂ ਦਾ ਗਿਆਨ, ਇਹਨਾਂ ਸਾਰੀਆਂ ਅਵਸਥਾਵਾਂ ਦਾ ਗਿਆਨ ਉਹ ਇਕੱਤਰ ਕਰਦੇ, ਇਕੱਠਿਆਂ ਕਰਦੇ ਵੀ ਆਹ ਕੁਛ ਹੈ ਧਰਮ ਤੇ ਇਸ ਢੰਗ ਨਾਲ ਧਰਮ ਕਮਾਈਦਾ, ਅਸੀਂ ਕਿੱਥੇ ਖੜੋਤੇ ਸਾਂ ਤੇ ਸਾਨੂੰ ਚੱਲਣਾ ਕਿੱਥੇ ਚਾਹੀਦਾ, ਇਹ ਸਾਰੀਆਂ ਬਾਤਾਂ। ਖੈਰ, ਗੁਰੂ ਰਾਮਦਾਸ ਸਾਹਿਬ ਜੀ ਦੀ ਸਭ ਤੋਂ ਪਹਿਲਾਂ ਸ਼ੋਭਾ ਕਰਦਿਆਂ ਭੱਟ ਗਏ ਅੰਦ ਜੀ ਫਿਰ ਬੋਲੇ, ਕਹਿੰਦੇ ਰਾਮ ਨਾਮ ਪਰਮ ਧਾਮ ਸੁਧ ਬੁੱਧ ਨਿਰੰਕਾਰ ਬੇਸ਼ੁਮਾਰ ਸਰਬਰ ਕਉ ਕਾਹੇ ਜੀਓ। ਕਹਿੰਦੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ, ਜਦੋਂ ਮੈਂ ਤੁਹਾਡੀ ਸ਼ਖਸੀਅਤ ਵੱਲ ਝਾਤ ਮਾਰਦਾ, ਹੁਣ ਇਸ ਪੰਕਤੀ ਦੇ ਅਰਥ ਦੋ ਤਰੀਕਿਆਂ ਨਾਲ ਕੀਤੇ ਜਾਂਦੇ ਨੇ।
ਇੱਕ ਤੇ ਅਰਥ ਇਹੀ ਕੀਤਾ ਜਾਂਦਾ ਹੈ ਵੀ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਖੁਦ ਆਪ ਰੱਬੋ, ਰੱਬ ਦਾ ਰੂਪ ਹੋ। ਮੇਰੇ ਲਈ ਰਾਮ ਤੁਸੀਂ ਹੋ, ਜਾਂ ਤੁਹਾਡਾ ਨਾਮ ਹੀ ਮੇਰੇ ਲਈ ਰਾਮ ਹੈ। ਪਰਮ ਧਾਮ ਤੁਸੀਂ ਇੱਕ ਉੱਚੀ ਅਵਸਥਾ ਦੇ ਮਾਲਕ ਵੀ ਹੋ, ਬਹੁਤ ਉੱਚੇ ਹੋ ਤੁਸੀਂ। ਤੁਹਾਡਾ ਘਰ, ਤੁਹਾਡਾ ਮਹੱਲ ਬਹੁਤ ਉੱਚਾ ਹੈ। ਨਿਰੀਕਾਰ ਹੈ ਤੁਸੀਂ, ਨਿਰਾਕਾਰ ਹੋ, ਤੁਹਾਡਾ ਆਕਾਰ ਕੋਈ ਨਹੀਂ ਹੈ। ਆਕਾਰ ਤੋਂ ਰਹਿਤ ਹੋ। ਬੇਸ਼ੁਮਾਰ, ਬੇਸ਼ੁਮਾਰ ਹੋ ਤੁਸੀਂ। ਸਰਬਰ, ਤੁਹਾਡੇ ਬਰਾਬਰ ਕੋਈ ਨਹੀਂ ਹੈ। ਕਹੋ ਕਾਹੇ ਜੀਓ, ਮੈਂ ਕਿਹਨੂੰ ਕਵਾਂ ਤੁਹਾਡੇ ਬਰਾਬਰ ਦਾ ਹੈ ਕੋਈ। ਇੱਕ ਤੇ ਅਰਥ ਇਸ ਤਰੀਕੇ ਦੇ ਨਾਲ ਹੈ। ਦੂਸਰੇ ਅਰਥ ਹੁਣ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਰਾਮ ਦੇ ਨਾਮ ਨੂੰ ਜਾਣਨ ਵਾਲੇ ਹੋ, ਬੜੀ ਉੱਚੀ ਅਵਸਥਾ ਦੇ ਮਾਲਕ ਹੋ, ਉੱਚੇ ਮਹੱਲ ਦੇ ਵਿੱਚ ਤੁਸੀਂ ਰਹਿਣ ਵਾਲੇ, ਉੱਚੀ ਅਵਸਥਾ ਦੇ ਤੁਸੀਂ ਮਾਲਕ ਹੋ। ਤੁਹਾਡੀ ਬੁੱਧੀ ਬੜੀ ਚੰਗੀ ਹੈ, ਸੁੱਧ ਬੁੱਧ। ਸੁੱਧ ਮਤਲਬ ਚੰਗੀ, ਬੁੱਧ ਮਤਲਬ ਬੁੱਧੀ, ਚੰਗੀ ਬੁੱਧੀ ਹੈ ਤੁਹਾਡੀ। ਤੇ ਤੁਸੀਂ ਇਹਨਾਂ ਸਾਰੀਆਂ ਨੂੰ, ਭਾਵ ਰਾਮ ਦੇ ਨਾਮ ਨੂੰ ਤੁਸੀਂ ਹਾਸਲ ਕੀਤਾ, ਉੱਚੀ ਅਵਸਥਾ ਦੇ ਤੁਸੀਂ ਮਾਲਕ ਹੋ, ਬੁੱਧੀ ਬੜੀ ਚੰਗੀ ਤੁਹਾਡੀ ਹੋ, ਤੁਸੀਂ ਨਿਰਾਕਾਰ। ਆਕਾਰ ਤੁਹਾਡਾ ਕੋਈ ਨਹੀਂ ਹੈ, ਆਕਾਰ ਤੋਂ ਰਹਿਤ ਹੋ। ਜਿੱਥੇ ਆਕਾਰ ਤੋਂ ਰਹਿਤ ਹੋ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ, ਤੁਸੀਂ ਬੇਸ਼ੁਮਾਰ ਹੋ, ਤੁਹਾਡਾ ਕੋਈ ਅਥਾਹ ਪਾਰਾਵਾਰ ਨਹੀਂ ਹੈ। ਕਿਸ ਪ੍ਰਕਾਰ ਅਸੀਂ ਤੁਹਾਡੇ ਬਾਰੇ ਕੁਝ ਕਹਿ ਸਕੀਏ। ਥਾ ਪਾਰਾਵਾਰ ਤੁਹਾਡਾ ਕੋਈ ਨਹੀਂ। ਸਰਵਰ ਕਉ ਕਾਹੇ ਜੀਓ, ਤੇ ਮਾਲਕ ਪਾਤਸ਼ਾਹ ਕੋਈ ਸੰਸਾਰ ਤੇ ਐਸਾ ਨਜ਼ਰ ਨਹੀਂ ਆਉਂਦਾ ਜਿਹਨੂੰ ਵੇਖ ਕੇ ਅਸੀਂ ਇਹ ਕਹਿ ਸਕਦੇ ਹੋਈਏ ਵੀ ਇਹ ਤੁਹਾਡੀ ਬਰਾਬਰਤਾ ਦਾ ਹੈ, ਜਾਂ ਇਹ ਤੁਹਾਡੇ ਬਰਾਬਰ ਹੈ, ਤੁਹਾਡੇ ਪੈਰਲਰ ਅਸੀਂ ਖੜਾ ਸਕਦੇ ਹੋਈਏ, ਜਾਂ ਤੁਹਾਡੇ ਤੁੱਲ ਕਿਸੇ ਨੂੰ ਖੜਿਆਂ ਕਰ ਸਕਦੇ ਹੋਈਏ। ਜਦੋਂ ਆਪਾਂ ਸਤਿਗੁਰੂ ਪਾਤਸ਼ਾਹ ਜੀ ਦੀ ਬਾਣੀ ਨੂੰ ਪੜ੍ਹਦੇ ਆ ਨਾ, ਤੇ ਮਾਲਕ ਜੀ ਨੇ ਬਾਣੀ ਦੇ ਅੰਦਰ ਇੱਕ ਵਾਰ ਨਹੀਂ ਬੜੀ ਵਾਰ ਇਸ ਗੱਲ ਦੀ ਪ੍ਰੋੜਤਾ ਕੀਤੀ ਕਿ ਜਦੋਂ ਅਕਾਲ ਪੁਰਖ ਪਰਮੇਸ਼ਵਰ ਦੀ ਬਾਤ ਆਉਂਦੀ ਹੈ, ਰੱਬ ਦੀ ਬਾਤ ਆਉਂਦੀ ਹੈ, ਤੇ ਉਹ ਬਹੁਤ ਉੱਚਾ, ਬਹੁਤ ਵੱਡਾ ਹੈ। ਉਹ ਇੰਨਾ ਕੁ ਵੱਡਾ ਹੈ ਕਿ ਉਹਦੇ ਬਰਾਬਰ ਕਿਸੇ ਦੀ ਪਹੁੰਚ ਤੇ ਬਹੁਤ ਦੂਰ ਦੀ ਗੱਲ ਹੈ। ਉਹ ਇੰਨਾ ਵੱਡਾ ਕਿ ਉਹਦੇ ਬਾਰੇ ਸੋਚ ਵੀ ਕੋਈ ਨਹੀਂ ਸਕਦਾ। ਉਹ ਬੜੀ ਵਿਸ਼ਾਲਤਾ ਦਾ ਪ੍ਰਤੀਕ ਹੈ। ਰੱਬ ਨੂੰ ਜਦੋਂ ਵੀ ਬਾਣੀ ਨੇ ਡਿਫਾਈਨ ਕੀਤਾ, ਬਾਣੀ ਨੇ ਜਦੋਂ ਵੀ ਰੱਬ ਦੇ ਬਾਰੇ ਵਿੱਚ ਦੱਸਿਆ, ਤੇ ਇਸ ਢੰਗ ਨਾਲ ਹੀ ਗੁਰਬਾਣੀ ਸਾਨੂੰ ਦੱਸਦੀ ਕਿ ਰੱਬ ਬੜੀ ਵਿਸ਼ਾਲਤਾ ਦਾ ਪ੍ਰਤੀਕ ਹੈ। ਤੇ ਇੱਕ ਬਚਨ ਆਪ ਜੀ ਦੀਆਂ ਰਚਨਾਵਾਂ ਤੇ ਰਹਿੰਦਾ ਹੈ, ਜਿੱਥੇ ਸਤਿਗੁਰੂ ਪਾਤਸ਼ਾਹ ਜੀ ਬਾਣੀ ਅੰਦਰ ਇਹ ਆਖਦੇ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਬਹੁਤ ਉੱਚਾ, ਏਵੜ ਉੱਚਾ ਹੋਵੇ ਕੋਏ ਤਿਸ ਉੱਚੇ ਕਉ ਜਾਣੈ ਸੋਏ। ਜਿੱਡਾ ਉਹ ਆਪ ਵੱਡਾ ਹੈ ਜਾਂ ਉੱਚਾ ਹੈ, ਉਹਨਾਂ ਕੋਈ ਉੱਚਾ ਹੋਵੇ ਤੇ ਉਹਦੇ ਬਾਰੇ ਕੋਈ ਜਾਣ ਸਕਦਾ ਹੈ ਨਾ, ਨਹੀਂ ਤੇ ਉਹਦੇ ਬਾਰੇ ਵਿੱਚ ਬਿਆਨ ਕਰਨਾ, ਉਹਦੇ ਬਾਰੇ ਵਿੱਚ ਕੁਝ ਆਖਣਾ ਕਿਸੇ ਜੀਵ ਦੀ ਬਾਤ ਨਹੀਂ ਹੈ। ਸਤਿਗੁਰੂ ਦੀ ਬਾਣੀ ਪੜੋ, ਮਾਲਕ ਪਾਤਸ਼ਾਹ ਦੀ ਬਾਣੀ ਚ ਆਖਦੇ ਤੁਮ ਸਰ ਅਵਰ ਨਾ ਕੋਈ, ਹੈ ਅਕਾਲ ਪੁਰਖ ਪਰਮੇਸ਼ਵਰ ਜੀ, ਰੱਬ ਜੀ, ਸਤਿਗੁਰੂ ਜੀ, ਤੁਹਾਡੇ ਬਰਾਬਰ ਕੋਈ ਵੀ ਨਹੀਂ ਹੈ। ਬਾਕੀ ਜਦੋਂ ਅਸੀਂ ਸੰਸਾਰ ਵੱਲ ਵੇਖਦੇ ਆ ਨਾ, ਤੁਮ ਸਰ ਅਵਰ ਨਾ ਕੋਏ, ਤੇ ਤੁਹਾਡੇ ਵਰਗਾ ਕੋਈ ਨਹੀਂ। ਬਾਕੀ ਸਾਰੇ ਦਾ ਸਾਰਾ ਸੰਸਾਰ ਕੀ ਹੈ, ਆਇਆ ਜਾਏ ਸੀ ਜੀਓ। ਸਾਰੇ ਦਾ ਸਾਰਾ ਸੰਸਾਰ ਆਉਣਾ ਤੇ ਜਾਣ ਵਾਲਾ ਹੈ। ਇੱਕ ਤੁਸੀਂ ਹੋ ਜਿਹੜੇ ਕਦੇ ਆਏ ਨਹੀਂ, ਤੇ ਇੱਕ ਤੁਸੀਂ ਹੋ ਜਿਨ੍ਹਾਂ ਨੇ ਕਦੇ ਜਾਣਾ ਨਹੀਂ ਹੈ। ਬਾਕੀ ਜਿਹੜੇ ਵੀ ਸੰਸਾਰ ਵੱਲ ਅਸੀਂ ਝਾਤ ਮਾਰਾਂਗੇ ਜਾਂ ਸੰਸਾਰ ਦੇ ਪਦਾਰਥ ਵੱਲ ਵੇਖਾਂਗੇ, ਸਾਰੇ ਆਇਆ ਜਾਏ ਸੀ ਜੀਓ, ਸਾਰੇ ਆਉਣ ਵਾਲੇ ਤੇ ਜਾਣ ਵਾਲੇ ਹੀ ਨੇ। ਤੇ ਫਿਰ ਇੱਕ ਜਗ੍ਹਾ ਦੇ ਉੱਤੇ ਸਤਿਗੁਰੂ ਜੀ ਆਖਦੇ, ਕਹਿੰਦੇ ਰੱਬ ਜੀ ਤੁਧ ਸਰ ਅਵਰ ਨਾ ਕੋਏ, ਤੁਹਾਡੇ ਵਰਗਾ ਤੇ ਕੋਈ ਹੈ ਹੀ ਨਹੀਂ। ਜਦੋਂ ਤੁਹਾਡੇ ਵਰਗੇ ਦੀ ਅਸੀਂ ਬਾਤ ਕਰਾਂਗੇ ਜਾਂ ਤੁਹਾਡੇ ਵਰਗੇ ਦੀ ਅਸੀਂ ਵੇਖਣ ਦੀ ਕੋਸ਼ਿਸ਼ ਵੀ ਕਰਾਂਗੇ ਨਾ, ਵੀ ਕੋਈ ਹੋਵੇ ਐਸਾ ਸ਼ਖਸ ਜਿਹਦੇ ਬਾਰੇ ਅਸੀਂ ਵੇਖ ਕੇ ਇਹ ਕਹਿ ਸਕਦੇ ਹੋਈਏ, ਜਾਂ ਜਿਸ ਵੱਲ ਵੇਖ ਕੇ ਅਸੀਂ ਇਹ ਕਹਿ ਸਕਦੇ ਹੋਈਏ ਵੀ ਇਹ ਰੱਬ ਵਰਗਾ ਹੈ ਜਾਂ ਰੱਬ ਦੇ ਬਰਾਬਰ ਹੈ। ਹੁਣ ਰੱਬ ਵਰਗਾ ਵੀ ਜਦੋਂ ਅਸੀਂ ਆਖਿਆ ਤੇ ਉਦੋਂ ਇਹ ਹੀ ਆਖਿਆ ਵੀ ਉਹ ਅਕਾਲ ਪੁਰਖ ਪਰਮੇਸ਼ਵਰ ਦੀ ਬਰਾਬਰਤਾ ਦਾ ਜਾਂ ਉਹਦੇ ਨਾਲ ਇੱਕਮਿਕਤਾ ਦੀ ਬਾਤ ਜਦੋਂ ਕਰਦੇ ਆ, ਤੇ ਉਦੋਂ ਇਹ ਹੀ ਆਖਦੇ ਆ ਕਿ ਉਹ ਗੁਰੂ ਔਰ ਅਕਾਲ ਪੁਰਖ ਹੀ ਇੱਕ ਸਵਰੂਪ ਹੈ, ਦੂਜਾ ਕੋਈ ਐਸਾ ਨਹੀਂ ਜਿਹੜਾ ਉਹਨਾਂ ਦੀ ਬਰਾਬਰਤਾ ਤੇ ਜਾਂ ਉਹਨਾਂ ਵਰਗਾ ਹੋ ਸਕੇ, ਸਿਵਾਏ ਉਹਨਾਂ ਤੋਂ ਜਿਨ੍ਹਾਂ ਨੇ ਲੀਨਤਾ ਹਾਸਲ ਕੀਤੀ। ਸਤਿਗੁਰੂ ਜੀ ਨੇ ਬਾਣੀ ਵਿੱਚ ਇਸ ਗੱਲ ਦਾ ਜ਼ਿਕਰ ਕੀਤਾ, ਗੁਰ ਪਰਮੇਸ਼ਵਰ ਏਕੋ ਜਾਣ ਜੋ ਤਿਸ ਭਾਵੈ ਸੋ ਪ੍ਰਵਾਨ। ਗੁਰੂ ਤੇ ਪਰਮੇਸ਼ਵਰ ਇੱਕ ਹੈ, ਉਹਦੇ ਤੋਂ ਬਿਨਾ ਕੋਈ ਨਹੀਂ।
ਹਾਂ, ਜਿਹੜੇ ਜਿਹੜੇ ਉਹਦੇ ਵਿੱਚ ਲੀਨ ਹੁੰਦੇ ਗਏ ਉਹਨਾਂ ਦੀ ਬਾਤ ਅਲੱਗ ਹੈ। ਜਦੋਂ ਉਹਨਾਂ ਦੀ ਬਾਤ ਕਰਾਂਗੇ ਤੇ ਫਿਰ ਗੁਰੂ ਤੇਗ ਬਹਾਦਰ ਸਾਹਿਬ ਦੀ ਬਾਣੀ ਦੇ ਪਾਵਨ ਬਚਨ ਨੇ ਵੀ ਜਦੋਂ ਅਸੀਂ ਸੰਸਾਰ ਤੇ ਵੇਖਦੇ ਹਾਂ ਜਾਂ ਝਾਤ ਮਾਰਦੇ ਹਾਂ ਤੇ ਉਦੋਂ ਸਥਿਰਤਾ ਵਾਲੇ ਆ ਕੁਝ ਕੁ ਸ਼ਖਸ ਨੇ, ਕੁਝ ਕੁ ਸ਼ਖਸੀਅਤਾਂ ਨੇ ਜਿਨ੍ਹਾਂ ਨੂੰ ਅਸੀਂ ਇਹ ਕਹਿ ਸਕਦੇ ਹਾਂ ਕਿ ਸਥਿਰਤਾ ਵਾਲੇ। ਤੇ ਸਥਿਰਤਾ ਵਾਲੇ ਕੌਣ ਹੈ? ਨਾਮ ਰਹਿਓ ਸਾਧੂ ਰਹਿਓ, ਰਹਿਓ ਗੁਰ ਗੋਬਿੰਦ, ਕਹੋ ਨਾਨਕੇ ਜਗਤ ਮੈਂ ਕਿਨ ਜਪਿਓ ਗੁਰਮੰਤ। ਆ ਸਥਿਰਤਾ ਵਾਲੇ ਜਿਨ੍ਹਾਂ ਨੂੰ ਅਸੀਂ ਰੱਬ ਦਾ ਸਵਰੂਪ ਕਹਿੰਦੇ ਆ ਜਾਂ ਰੱਬ ਦੇ ਰੂਪ ਦੀ ਜਦੋਂ ਗੱਲ ਕਰਦੇ ਆ ਤੇ ਅਸੀਂ ਇਹ ਕਹਿੰਦੇ ਵੀ ਭਗਤ ਜਿਹੜੇ ਉਹ ਰੱਬ ਦਾ ਰੂਪ ਬਣ ਗਏ, ਭਗਤ ਜਨ ਰੱਬ ਵਰਗੇ ਹੋ ਗਏ, ਗੁਰੂ ਰੱਬ ਵਰਗਾ ਹੈ। ਗੁਰੂ ਤੇ ਪਰਮੇਸ਼ਵਰ ਵਿੱਚ ਕੋਈ ਫਰਕ ਨਹੀਂ, ਜਾਂ ਜਿਹੜਾ ਉਹਦਾ ਸੇਵਕ ਹੈ ਉਹ ਇਸ ਤਰ੍ਹਾਂ ਉਹਦੇ ਵਿੱਚ ਲੀਨ ਹੋਇਆ ਕਿ ਜਨ ਨਾਨਕ ਲੀਨ ਭਇਓ ਗੋਬਿੰਦ ਸਿਓ ਜਿਉ ਪਾਨੀ ਸੰਗ ਪਾਨੀ। ਜਾਂ ਭਗਤ ਕਬੀਰ ਸਾਹਿਬ ਬੋਲੇ ਤੇ ਉਹ ਕਹਿੰਦੇ ਰਾਮ ਕਬੀਰਾ ਏਕ ਭਏ ਹੈ ਕੋਈ ਨਾ ਸਕੈ ਪਛਾਨੀ। ਜਿਨ੍ਹਾਂ ਨੇ ਇੱਕਮਿਕਤਾ ਹਾਸਲ ਕੀਤੀ ਉਹ ਉਹਦੇ ਵਰਗੇ ਬਣ ਗਏ। ਪਰ ਅਸੀਂ ਜੇ ਇਹ ਕਹੀਏ ਵੀ ਜਿਤਨੀ ਵਿਸ਼ਾਲਤਾ ਰੱਬ ਦੀ ਹੈ ਜਾਂ ਜਿੰਨੀ ਵਿਸ਼ਾਲ ਤਾਕਤ ਦਾ ਮਾਲਕ ਪ੍ਰਮਾਤਮਾ ਅਕਾਲ ਪੁਰਖ ਹੈ ਉਹਦੇ ਬਰਾਬਰ ਦਾ ਕੋਈ ਹੈ, ਤੇ ਇਹ ਅਸੀਂ ਕਿਸੇ ਪ੍ਰਕਾਰ ਵੀ ਨਾ ਮੰਨ ਸਕਦੇ ਹਾਂ ਤੇ ਨਾ ਹੀ ਮੰਨਣ ਯੋਗ ਹੈ, ਕਿਉਂਕਿ ਰੱਬ ਦੀ ਬਰਾਬਰਤਾ ਕਰਨ ਵਾਲਾ ਰੱਬ ਦਾ ਸ਼ਰੀਕ ਅਜੇ ਤੱਕ ਕੋਈ ਨਹੀਂ ਜੇ ਹੋਇਆ। ਹਾਂ, ਜਿਹੜਾ ਸ਼ਰੀਕ ਬਣਨ ਦੀ ਕੋਸ਼ਿਸ਼ ਕਰਦਾ ਹੈ, ਯਤਨ ਕਰਦਾ ਹੈ, ਫਿਰ ਅਕਾਲ ਪੁਰਖ ਪਰਮੇਸ਼ਵਰ ਉਹਦੇ ਨਾਲ ਜੋ ਉਹਦੀ ਕੁਦਰਤ ਹੈ ਜਾਂ ਜੋ ਉਹਦੇ ਨਿਯਮ ਨੇ ਨਬੇੜਾ ਵੀ ਉਹ ਆਪੇ ਹੀ ਕਰ ਲੈਂਦਾ ਹੈ। ਜਿਨ੍ਹਾਂ ਨੇ ਸ਼ਰੀਕ ਬਣਨ ਦਾ ਯਤਨ ਕੀਤਾ ਅਕਾਲ ਪੁਰਖ ਦੇ ਜਾਂ ਰੱਬ ਦੇ, ਜਾਂ ਜਿਹੜੇ ਰੱਬ ਬਣ ਕੇ ਬੈਠਣ ਦਾ ਯਤਨ ਕਰਦੇ ਨੇ, ਕਿੰਨਾ ਕੁ ਚਿਰ ਉਹਨਾਂ ਦੀ ਸਥਿਰਤਾ ਰਹੀ। ਰੱਬ ਦੇ ਪ੍ਰਤੀ ਅਸੀਂ ਇਹ ਕਹਿੰਦੇ ਆ ਕਿ ਉਹਨੇ ਨਾ ਕਦੇ ਆਉਣਾ ਤੇ ਨਾ ਜਾਣਾ। ਹੁਣ ਜਿਹੜਾ ਰੱਬ ਦਾ ਸ਼ਰੀਕ ਬਣ ਕੇ ਬੈਠਣ ਦੀ ਗੱਲ ਕਰਦਾ, ਠੀਕ ਹੈ, ਅਸੀਂ ਕਵਾਂਗੇ ਜੀ ਬਹੁਤ ਚੰਗਾ ਹੈ, ਬੜਾ ਚੰਗਾ ਹੈ ਉਹਦਾ ਜੀਵਨ, ਬੜਾ ਚੰਗੀ ਉਹਦੇ ਜੀਵਨ ਜਿਉਣ ਦਾ ਢੰਗ, ਬੜਾ ਵਧੀਆ ਹੈ ਉਹਦੇ ਜ਼ਿੰਦਗੀ ਜਿਉਣ ਦਾ ਤਰੀਕਾ, ਬੜੇ ਚੰਗੇ ਜੀਵਨ ਦਾ ਮਾਲਕ ਹੈ। ਪਰ ਜੇ ਉਹ ਸ਼ਰੀਕ ਬਣ ਕੇ ਬੈਠ ਵੀ ਰਿਹਾ ਤੇ ਇਹ ਉਹਦੇ ਜੀਵਨ ਵਿੱਚ ਗੁਣ ਕਦੇ ਉਹਦੇ ਕੋਲ ਨਹੀਂ ਆਏਗਾ ਕਿ ਨਾ ਉਹ ਜੰਮੇ ਤੇ ਨਾ ਮਰੇ। ਜੰਮਿਆ ਹੈ ਤੇ ਉਹ ਸੰਸਾਰ ਤੇ ਉਹਦੀ ਹੋਂਦ ਹੈ ਨਾ, ਤੇ ਜਿਹੜਾ ਜੰਮਿਆ ਸੁਭਾਵਿਕ ਜਿਹੀ ਬਾਤ ਹੈ ਉਹਨੇ ਮਰਨਾ ਵੀ ਹੈ, ਤੇ ਜਿਹੜਾ ਜੰਮ ਰਿਹਾ ਮਰ ਰਿਹਾ ਸਮੇਂ ਦੇ ਅਧੀਨ ਹੈ ਉਹ ਰੱਬ ਦਾ ਸ਼ਰੀਕ ਬਣ ਵੀ ਕਿਵੇਂ ਸਕਦਾ ਹੈ। ਇਸ ਲਈ ਅੱਜ ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ੋਭਾ ਕਰਦਿਆਂ ਹੋਇਆਂ ਭੱਟ ਗਯੰਦ ਜੀ ਬੋਲੇ ਤੇ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਜੀ ਜਦੋਂ ਮੈਂ ਤੁਹਾਡੇ ਵੱਲ ਵੇਖਿਆ ਨਾ ਤੇ ਉਦੋਂ ਮੈਨੂੰ ਨਜ਼ਰ ਆਇਆ ਵੀ ਤੁਹਾਡੇ ਵਰਗਾ ਦੂਜਾ ਕੋਈ ਨਹੀਂ। ਸਤਿਗੁਰੂ ਦੀ ਬਾਣੀ ਦਾ ਇੱਕ ਪਾਵਨ ਬਚਨ ਕਹਿੰਦੇ ਕਹੇ ਕਹਿ ਜਾਵੇਂ ਤੁਮ ਸਰ ਅਵਰ ਨਾ ਕੋਈ, ਭਗਤਹੀਣ ਨਾਨਕ ਜਨ ਜੰਪੈ ਹਉਸਾ ਲਾਹੀ ਸੱਚਾ ਸੋਈ। ਰੱਬ ਜੀ ਬਹੁਤ ਨੇ ਜਿਹੜੇ ਇਸ ਤਰ੍ਹਾਂ ਦੇ ਨੇ, ਜਿਹੜੇ ਤੁਹਾਡੀ ਸ਼ੋਭਾ ਜਾਂ ਤੁਹਾਡੀ ਵਡਿਆਈ ਕਰਨ ਵਾਲੇ ਤੁਹਾਨੂੰ ਆਖ ਵੀ ਰਹੇ ਨੇ, ਤੁਹਾਡੀ ਸ਼ੋਭਾ ਨੂੰ ਗਾ ਵੀ ਰਹੇ ਨੇ, ਪਰ ਅਖੀਰ ਇਹ ਗੱਲ ਮੰਨਣੀ ਪੈਂਦੀ ਹੈ ਤੁਮ ਸਰ ਅਵਰ ਨਾ ਕੋਈ, ਤੁਹਾਡੇ ਵਰਗਾ ਕੋਈ ਨਹੀਂ ਹੈ। ਭਗਤਹੀਣ, ਭਗਤੀ ਤੋਂ ਹੀਣਾ, ਨਾਨਕ ਜਨ ਜੰਪੈ, ਆ ਨਾਨਕ ਤੁਹਾਡੇ ਅੱਗੇ ਬੇਨਤੀ ਕਰਦਾ ਹੈ, ਨਾਨਕ ਤੁਹਾਡੇ ਅੱਗੇ ਅਰਜ਼ੋਈ ਕਰਦਾ ਹੈ, ਹਉਸਾ ਲਾਹੀ ਸੱਚਾ ਸੋਈ। ਮੇਰੇ ਤੇ ਇੰਨੀ ਕੁ ਕਿਰਪਾ ਕਰ ਦਿਓ, ਇੰਨੀ ਕੁ ਰਹਿਮਤ ਵਰਤਾ ਦਿਓ ਕਿ ਮੈਨੂੰ ਸ਼ਲਾਘਾ ਤੁਹਾਡੀ ਕਰਨ ਦੀ ਜਾਚ ਆ ਜਾਏ, ਮੈਂ ਤੁਹਾਡੀ ਵਡਿਆਈ ਗਾ ਸਕਾਂ, ਤੁਹਾਡੇ ਗੁਣਾਂ ਨੂੰ ਗਾਇਨ ਕਰ ਸਕਾਂ, ਤੁਹਾਡੀ ਸ਼ੋਭਾ ਨੂੰ ਗਾ ਸਕਾਂ। ਅੱਜ ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਕਰਦੇ ਆਖਦੇ ਨਿਰੀਕਾਰ। ਗੁਰੂ ਰਾਮਦਾਸ ਪਾਤਸ਼ਾਹ ਨਿਰਾਕਾਰ ਨੇ, ਕੋਈ ਆਕਾਰ ਨਹੀਂ ਉਹਨਾਂ ਦਾ। ਨਿਰਾਕਾਰ ਮਤਲਬ ਹਰ ਜਗ੍ਹਾ ਦੇ ਉੱਤੇ ਵਿਆਪਕ। ਅਸੀਂ ਨਿਰਾਕਾਰ ਜੇ ਤੇ ਕੱਲੀ ਕਾਇਆ ਨੂੰ ਵੇਖਾਂਗੇ, ਸਰੀਰ ਨੂੰ ਵੇਖਾਂਗੇ, ਫਿਰ ਇਹ ਵੀ ਮੰਨਣਾ ਪਏਗਾ ਵੀ ਗੁਰੂ ਰਾਮਦਾਸ ਸਾਹਿਬ ਸੰਸਾਰ ਤੋਂ ਗਏ। ਪਰ ਅਸੀਂ ਇਹ ਕਦੇ ਵੀ ਨਹੀਂ ਆਖਦੇ ਕਿ ਗੁਰੂ ਰਾਮਦਾਸ ਸਾਹਿਬ ਸੰਸਾਰ ਤੋਂ ਚਲੇ ਗਏ। ਹਾਂ, ਸਰੀਰ ਜ਼ਰੂਰ ਗਿਆ, ਇਹਦੇ 'ਚ ਕੋਈ ਦੋ ਰਾਵਾ ਨਹੀਂ। ਪੰਜ ਭੂਤਕ ਜਿਹੜੀ ਕਾਇਆ ਸੀ ਭਾਈ ਜੇਠਾ ਜੀ ਵਾਲੀ, ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਰੂਪ ਵਿੱਚ ਗੁਰਤਾ ਗੱਦੀ ਤੇ ਸੁਭਾਏਮਾਨ ਹੁੰਦੇ ਨੇ। ਗੁਰਤਾ ਗੱਦੀ ਉੱਤੇ ਬਿਰਾਜਮਾਨ ਹੋ ਕਰਕੇ ਗਿਆਨ ਦੀ ਜੋਤ ਜਿਹੜੀ ਅੰਦਰ ਟਿਕੀ, ਉਹਦੇ ਸਦਕਾ ਸਮਾਜ ਨੂੰ ਸਿੱਧੇ ਰਸਤੇ ਤੇ ਵੀ ਪਾਇਆ। ਸਤਿਗੁਰੂ ਰਾਮਦਾਸ ਪਾਤਸ਼ਾਹ ਨੇ ਸਰੀਰ ਉਹਨਾਂ ਦਾ ਜ਼ਰੂਰ ਸੰਸਾਰ ਤੋਂ ਗਿਆ, ਪਰ ਗੁਰੂ ਰਾਮਦਾਸ ਸਾਹਿਬ ਅੱਜ ਵੀ ਸਾਡੇ ਵਿੱਚ ਮੌਜੂਦ ਨੇ, ਅੱਜ ਵੀ ਉਹ ਸਾਡੇ ਪਾਸ ਨੇ। ਅਸੀਂ ਕਦਾਚਿਤ ਵੀ ਇਹ ਨਹੀਂ ਕਹਿ ਸਕਦੇ ਕਿ ਗੁਰੂ ਰਾਮਦਾਸ ਸਾਹਿਬ ਸੰਸਾਰ ਤੋਂ ਚਲੇ ਗਏ। ਜਦੋਂ ਵੀ ਆਪਾਂ ਗੁਰੂ ਰਾਮਦਾਸ ਸਾਹਿਬ ਦੀ ਬਾਤ ਕਰਦੇ ਹਾਂ ਜਾਂ ਗੁਰੂ ਰਾਮਦਾਸ ਸਾਹਿਬ ਦੇ ਗੁਣਾਂ ਦੀ ਗੱਲ ਕਰਦੇ ਹਾਂ, ਗੁਰੂ ਰਾਮਦਾਸ ਪਾਤਸ਼ਾਹ ਦੀ ਸ਼ੋਭਾ ਦੀ ਬਾਤ ਕਰਦੇ ਹਾਂ,
ਤੇ ਇਸ ਢੰਗ ਦੇ ਨਾਲ ਉਹਨਾਂ ਦੀ ਵਡਿਆਈ, ਉਹਨਾਂ ਦੀ ਸ਼ੋਭਾ ਕਰਨ ਦੀ ਕੋਸ਼ਿਸ਼ ਕਰਦੇ ਆ, ਜਾਂ ਉਹਨਾਂ ਦੀ ਸ਼ੋਭਾ ਗਾਉਂਦੇ ਆ। ਕਈ ਵਾਰ ਇਸ ਤਰ੍ਹਾਂ ਮਹਿਸੂਸ ਹੁੰਦਾ ਹੈ ਕਿ ਜਿਵੇਂ ਗੁਰੂ ਰਾਮਦਾਸ ਪਾਤਸ਼ਾਹ ਮੇਰੇ ਨਜ਼ਦੀਕ ਬੈਠ ਕੇ ਆਪਣੀ ਸ਼ੋਭਾ ਕਰਵਾ ਰਹੇ ਨੇ, ਜਾਂ ਆਪਣੀ ਵਡਿਆਈ ਉਹ ਕੋਲ ਬੈਠ ਕੇ ਕਰਵਾ ਰਹੇ, ਇਸ ਤਰ੍ਹਾਂ ਮਹਿਸੂਸ ਵੀ ਹੁੰਦਾ। ਕਿਉਂਕਿ ਗੁਰੂ ਰਾਮਦਾਸ ਸਾਹਿਬ ਜੀ ਸਰਬ ਵਿਆਪਕ ਨੇ। ਔਰ ਤੁਸੀਂ ਖਿਆਲ ਕਰੋ, ਜਦੋਂ ਆਪਾਂ ਬਾਣੀ ਪੜ੍ਹਦੇ ਆ ਨਾ, ਤੇ ਗੁਰੂ ਰਾਮਦਾਸ ਪਾਤਸ਼ਾਹ ਜੀ ਦੀ ਸ਼ੋਭਾ ਦੇ ਵਿੱਚ ਇੱਕ ਬਚਨ ਹੈ ਜਿਹੜਾ ਆਪ ਜੀ ਦੀਆਂ ਰਸਨਾਵਾਂ ਤੇ ਰਹਿੰਦਾ, ਜਿੱਥੇ ਉਹ ਜ਼ਿਕਰ ਕਰਦੇ ਆ, ਬਾਣੀ 'ਚ ਆਖਦੇ, ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਹੁਣ ਉਹ ਜਦੋਂ ਗੁਰੂ ਰਾਮਦਾਸ ਸਾਹਿਬ ਦੀ ਸ਼ੋਭਾ ਦੀ ਗੱਲ ਕਰਦੇ, ਜਿਨਨੇ ਸਿਰਜਿਆ ਉਹਨੇ ਹੀ ਸਵਾਰਿਆ, ਉਹਨੇ ਕਰਾਮਾਤ ਇਸ ਢੰਗ ਨਾਲ ਵਰਤਾਈ, ਇਸ ਢੰਗ ਨਾਲ ਉਹਨੇ ਆਪਣੀ ਤਾਕਤ ਵਰਤਾਈ ਕਿ ਆਪ ਸਿਰਜਣਹਾਰੈ ਧਾਰਿਆ। ਉਹਨੇ ਆਪ ਕਿਰਪਾ ਕਰਕੇ ਧਾਰਨਾ ਕੀਤਾ, ਆਪ ਕਿਰਪਾ ਕਰਕੇ ਸਥਾਪਿਤ ਵੀ ਕੀਤਾ, ਆਪੇ ਸਿਰਜਣ ਵਾਲਾ, ਆਪੇ ਸਵਾਰਨ ਵਾਲਾ। ਤੇ ਚੇਤੇ ਰੱਖਿਓ, ਜਿਹੜਾ ਰੱਬ ਦਾ ਸਿਰਜਿਆ ਤੇ ਰੱਬ ਦਾ ਸਵਾਰਿਆ ਤੇ ਰੱਬ ਦਾ ਧਾਰਿਆ ਹੋਵੇ ਨਾ, ਉਹ ਕਦੇ ਵੀ ਸੰਸਾਰ ਤੋਂ ਜਾ ਨਹੀਂ ਦੇ ਸਕਦਾ, ਹੈ ਹੀ ਰੱਬ ਦਾ ਸਰੂਪ। ਹੁਣ ਚੇਤੇ ਇੱਥੇ ਇੱਕ ਨਿੱਕਾ ਜਿਹਾ ਹੋਰ ਖਿਆਲ ਕਰਿਓ, ਸਵਾਰਿਆ ਤੇ ਸਾਜਿਆ, ਜੇ ਅਸੀਂ ਕਵਾਂਗੇ ਸਾਡੀ ਕਾਇਆ ਨੂੰ ਵੀ ਰੱਬ ਨੇ, ਕਿਉਂਕਿ ਉਹਦੀ ਬਿਨਾ ਨਾ ਕੋਈ ਸਾਜਣ ਵਾਲਾ ਤੇ ਨਾ ਸਵਾਰਨ ਵਾਲਾ। ਪਰ ਜਿੱਥੇ ਭਾਈ ਜੇਠਾ ਜੀ ਦੀ ਗੱਲ, ਗੁਰੂ ਰਾਮਦਾਸ ਜੀ ਦੀ ਗੱਲ ਕਰਾਂਗੇ, ਸਿਰਜਿਆ ਤੇ ਸਵਾਰਿਆ ਉਹਨਾਂ ਨੂੰ ਵੀ ਅਕਾਲ ਪੁਰਖ ਨੇ। ਸਾਡੇ ਤੇ ਉਹਨਾਂ ਵਿੱਚ ਫਰਕ ਕੀ ਹੈ? ਜੇ ਮੈਂ ਇਹ ਲਫ਼ਜ਼ ਵਰਤ ਲਾਂ ਕਿ ਜ਼ਮੀਨ ਅਸਮਾਨ ਦਾ ਫਰਕ ਹੈ, ਕੋਈ ਅਤ ਕਥਨੀ ਨਹੀਂ ਹੈ। ਸਿਰਜਿਆ ਸਾਨੂੰ ਵੀ ਰੱਬ ਨੇ, ਸਵਾਰਿਆ ਸਾਨੂੰ ਵੀ ਰੱਬ ਨੇ। ਪਰ ਸਿਰਜਣਾ ਤੋਂ ਬਾਅਦ ਵਿੱਚ ਸੰਸਾਰ ਤੇ ਜਦੋਂ ਅਵਤਾਰ ਗੁਰੂ ਰਾਮਦਾਸ ਸਾਹਿਬ, ਭਾਈ ਜੇਠਾ ਜੀ ਨੇ ਸੰਸਾਰ ਤੇ ਅਵਤਾਰ ਲਿਆ, ਉਧਰੋਂ ਅਸੀਂ ਵੀ ਸੰਸਾਰ ਤੇ ਪੈਦਾ ਹੋਏ। ਤਰੀਕਾ ਵੀ ਇੱਕੋ, ਸਰੀਰ ਪੈਦਾ ਹੋਣ ਦਾ, ਤਾਂ ਸਰੀਰ ਦੀ ਜਿਹੜਾ ਸੰਸਾਰ ਤੇ ਆਉਣ ਦਾ ਢੰਗ ਹੈ ਉਹ ਇੱਕੋ ਜਿਹਾ। ਹੁਣ ਸੰਸਾਰਿਕ ਤੌਰ ਤੇ ਗੁਰੂ ਰਾਮਦਾਸ ਸਾਹਿਬ, ਭਾਈ ਜੇਠਾ ਜੀ ਵੀ ਸੰਸਾਰ ਤੇ ਆ ਗਏ, ਅਸੀਂ ਵੀ ਸੰਸਾਰ ਤੇ ਆਏ ਹਾਂ। ਹੁਣ ਜਦੋਂ ਅਸੀਂ ਭਾਈ ਜੇਠਾ ਜੀ ਦੇ ਜੀਵਨ ਦੀ ਗੱਲ ਕਰਦੇ ਹਾਂ ਤੇ ਸਾਡਾ ਸਹਿਜ ਸੁਭਾਏ ਸੀਸ ਉਹਨਾਂ ਅੱਗੇ ਝੁਕ ਜਾਂਦਾ, ਨਿਭ ਜਾਂਦਾ ਹੈ। ਆਪਣੇ ਵੱਲ ਵੇਖ ਕੇ ਸਾਨੂੰ ਪਛਤਾਵਾ ਹੁੰਦਾ ਹੈ ਵੀ ਸਾਡਾ ਵੀ ਜੀਵਨ ਹੈ। ਇੱਕ ਸ਼ਖਸ ਐਸਾ ਹੈ, ਵੇਖੋ ਮੈਂ ਜਿਹੜਾ ਪੱਖ ਰੱਖਣਾ ਚਾਹੁੰਦਾ, ਤਵੱਜੋ ਦੇ ਕੇ ਸਮਝਿਓ, ਸੰਸਾਰ ਤੇ ਆਉਣ ਦਾ ਤਰੀਕਾ ਗੁਰੂ ਰਾਮਦਾਸ ਸਾਹਿਬ ਦਾ ਵੀ ਸਰੀਰਕ ਤੌਰ ਦੇ ਉੱਤੇ ਉਹੀ ਜੋ ਸਾਡਾ। ਉਹਨਾਂ ਨੇ ਸੰਸਾਰ ਤੇ ਆ ਕੇ ਆਪਣੇ ਜੀਵਨ ਨੂੰ ਇਸ ਢੰਗ ਨਾਲ ਸਵਾਰਿਆ, ਇਸ ਢੰਗ ਨਾਲ ਉਹਨਾਂ ਦਾ ਜੀਵਨ ਸਵਰਿਆ, ਇਸ ਢੰਗ ਨਾਲ ਜੀਵਨ ਉਹਨਾਂ ਨੇ ਆਪਣਾ ਆਪਾ ਗੁਰੂ ਨੂੰ ਸਮਰਪਿਤ ਕਰ ਦਿੱਤਾ, ਅਰਪਣ ਕਰ ਦਿੱਤਾ ਗੁਰੂ ਨੂੰ ਆਪਣਾ ਜੀਵਨ, ਕਿ ਉਹਨਾਂ ਦੇ ਜੀਵਨ ਨੂੰ ਵੇਖ ਕੇ, ਉਹਨਾਂ ਦੇ ਜੀਵਨ ਨੂੰ ਪੜ੍ਹ ਕੇ, ਉਹਨਾਂ ਦੇ ਜੀਵਨ ਨੂੰ ਸੁਣ ਕੇ, ਉਹਨਾਂ ਦੇ ਜੀਵਨ ਨੂੰ ਵਿਚਾਰ ਕੇ ਸਾਡਾ ਸੀਸ ਸਹਿਜ ਸੁਭਾਅ ਉਹਨਾਂ ਅੱਗੇ ਨਿਭ ਜਾਂਦਾ ਹੈ। ਇੱਕ ਅਸੀਂ ਆਪਣੇ ਜੀਵਨ ਵੱਲ ਵੇਖਦੇ ਹਾਂ ਤੇ ਆਪਣੇ ਜੀਵਨ ਵੱਲ ਵੇਖ ਕੇ ਨਜ਼ਰ ਇਹ ਆਉਂਦਾ ਵੀ ਸੱਜਣਾ ਤੂੰ ਖੱਟਿਆ ਕੀ ਹੈ, ਵੀ ਅੱਜ ਤੱਕ ਤੂੰ ਸੰਸਾਰ ਤੇ ਆ ਕੇ ਕੀਤਾ ਕੀ ਹੈ। ਫਿਰ ਪਛਤਾਵਾ ਹੁੰਦਾ ਵੀ ਐਸਾ ਜੀਵਨ ਤੇ ਨਾ ਹੀ ਹੁੰਦਾ ਫਿਰ ਸਾਡੇ ਕੋਲ। ਗੁਰੂ ਰਾਮਦਾਸ ਸਾਹਿਬ ਨੇ ਆਪਣਾ ਜੀਵਨ ਗੁਰੂ ਅਮਰਦਾਸ ਸਾਹਿਬ ਨੂੰ ਅਕਾਲ ਪੁਰਖ ਅੱਗੇ ਸਮਰਪਿਤ ਹੀ ਇਸ ਢੰਗ ਨਾਲ ਕੀਤਾ ਕਿ ਆਪ ਸਿਰਜਣਹਾਰੈ ਧਾਰਿਆ। ਫਿਰ ਉਹ ਆਪ ਹਰੀ ਪ੍ਰਮਾਤਮਾ ਜੀ ਉਹਨਾਂ ਨੂੰ ਸਥਾਪਿਤ ਵੀ ਕਰਦੇ, ਧਾਰਦੇ ਵੀ ਨੇ। ਕੀ ਸਾਡਾ ਜੀਵਨ ਉਸ ਢੰਗ ਨਾਲ ਗੁਰੂ ਨੂੰ ਸਮਰਪਿਤ ਹੈ ਜਿਵੇਂ ਭਾਈ ਜੇਠਾ ਜੀ ਨੇ ਕਰਤਾ? ਨਿਰੀ ਆਕਾਰ ਗੁਰੂ ਰਾਮਦਾਸ ਪਾਤਸ਼ਾਹ ਜੀ ਨਿਰੀ ਆਕਾਰ ਨੇ, ਬੇਸ਼ੁਮਾਰ, ਫਿਰ ਬੜੇ ਵਿਸ਼ਾਲ ਵੀ ਨੇ ਉਹ। ਸਰਬਰ ਕੋ ਕਾਹੇ ਜੀਓ, ਕੋਈ ਐਸਾ ਨਹੀਂ ਜਿਹਨੂੰ ਅਸੀਂ ਇਹ ਕਹਿ ਸਕਦੇ ਹੋਈਏ ਕਿ ਧੰਨ ਗੁਰੂ ਰਾਮਦਾਸ ਜੀ ਆ ਤੁਹਾਡੇ ਬਰਾਬਰ ਬਹਿਣ ਵਾਲਾ। ਥੋੜਾ ਜਿਹਾ ਹੁਣ ਖਿਆਲ ਕਰਿਓ, ਬਰਾਬਰ ਬਹਿਣ ਦਾ ਯਤਨ ਗੁਰੂ ਰਾਮਦਾਸ ਸਾਹਿਬ ਦੇ ਵੇਲੇ ਵੀ ਕਈਆਂ ਵੱਲੋਂ ਕੀਤਾ ਜਾਂਦਾ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਵਰਗਾ ਘਰ ਬਣਾਉਣ ਦੀ ਵੀ ਕੋਸ਼ਿਸ਼ ਕੀਤੀ ਜਾਂਦੀ।
ਪਰ ਕੀ ਬਰਾਬਰਤਾ ਹੋ ਗਈ ਜਾਂ ਬਰਾਬਰਤਾ ਖੱਟ ਲਈ? ਇਤਿਹਾਸ ਦਾ ਮੈਂ ਇੱਕ ਨਿੱਕਾ ਜਿਹਾ ਪੱਖ ਰੱਖਣ ਲੱਗਿਆ। ਗੁਰੂ ਅਰਜਨ ਸਾਹਿਬ ਨੇ ਹਰਿਮੰਦਰ ਸਾਹਿਬ ਦੀ ਸਿਰਜਣਾ ਕੀਤੀ, ਸਿਰਜਣਾ ਕਰਵਾਈ। ਬਾਬਾ ਪ੍ਰਿਥੀ ਚੰਦ ਵੀ ਚਾਹੁੰਦਾ ਹੈ ਕਿ ਮੇਰੀ ਮਾਨਤਾ ਹੁਣ ਇਸੇ ਤਰ੍ਹਾਂ ਹੋਵੇ ਜਿਵੇਂ ਗੁਰੂ ਅਰਜਨ ਸਾਹਿਬ ਦੀ ਸੰਗਤ ਕਰਦੀ ਹੈ। ਉਹ ਹੇਹਨਰ ਪਿੰਡ ਚਲੇ ਜਾਂਦਾ ਹੈ ਆਪਣੇ ਸਹੁਰਿਆਂ ਦੇ। ਉੱਥੇ ਜਾ ਕੇ ਉਹ ਇੱਕ ਨਕਲ ਤਿਆਰ ਕਰਦਾ ਹੈ, ਬਿਲਕੁਲ ਉਸੇ ਤਰ੍ਹਾਂ ਦੀ ਜਿੱਦਾਂ ਹਰਿਮੰਦਰ ਸਾਹਿਬ ਬਣਿਆ, ਬਿਲਕੁਲ ਉਸੇ ਤਰ੍ਹਾਂ। ਉਦਾਂ ਹੀ ਉਹਨੇ ਇੱਕ ਤਲਾਬ ਬਣਾਇਆ। ਮੈਂ ਲਫ਼ਜ਼ ਤਲਾਬ ਵਰਤ ਰਿਹਾ ਕਿਉਂਕਿ ਸਰੋਵਰ ਕੇਵਲ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦਾ। ਉਹਨੇ ਇੱਕ ਪਾਣੀ ਦਾ ਨਾ ਵੱਡਾ ਸਾਰਾ ਸੋਮਾ ਬਣਾ ਕੇ ਤੇ ਉਹਦੇ ਵਿੱਚ ਉਹਨੇ ਫਿਰ ਇੱਕ ਇਮਾਰਤ ਤਿਆਰ ਕਰਵਾਈ ਜਿੱਦਾਂ ਦੀ ਹਰਿਮੰਦਰ ਸਾਹਿਬ ਦੀ ਹੈ, ਬਿਲਕੁਲ ਉਸੇ ਤਰ੍ਹਾਂ ਦੀ ਪਾਣੀ ਦੇ ਵਿੱਚ ਉਹਨੇ ਇਮਾਰਤ ਤਿਆਰ ਕਰਵਾਈ। ਮੈਂ ਲਫ਼ਜ਼ ਪਾਣੀ ਵਰਤ ਰਿਹਾ। ਤੇ ਉਹ ਚਾਹੁੰਦਾ ਹੈ ਕਿ ਹੁਣ ਜਿੱਦਾਂ ਗੁਰੂ ਅਰਜਨ ਸਾਹਿਬ ਦੇ ਘਰ ਦੀ ਸ਼ੋਭਾ ਹੈ, ਹਰਿਮੰਦਰ ਸਾਹਿਬ ਦੀ ਵਡਿਆਈ ਹੈ, ਉਦਾਂ ਮੇਰੀ ਇਸ ਬਣਾਈ ਹੋਈ ਇਮਾਰਤ ਦੀ ਵੀ ਹੋਵੇ। ਉਹਨੇ ਪਾਣੀ ਵਿੱਚ ਬਣਾਇਆ, ਇੱਧਰ ਇਮਾਰਤ ਜਲ ਵਿੱਚ ਬਣੀ ਹੋਈ ਹੈ। ਮੈਂ ਲਫ਼ਜ਼ ਹੁਣ ਜਲ ਵਰਤ ਰਿਹਾ ਕਿਉਂਕਿ ਜੋ ਕਿਰਪਾ ਗੁਰੂ ਅਰਜਨ ਸਾਹਿਬ ਦੇ ਘਰ ਵਿੱਚ ਵਰਤ ਰਹੀ ਹੈ ਨਾ, ਗੁਰੂ ਰਾਮਦਾਸ ਦੇ ਘਰ 'ਚ ਵਰਤ ਰਹੀ ਹੈ, ਪ੍ਰਿਥੀ ਚੰਦ ਚਾਹ ਕੇ ਵੀ ਨਹੀਂ ਉਸ ਕਿਰਪਾ ਦਾ ਪਾਤਰ ਬਣ ਸਕਦਾ। ਇਮਾਰਤ ਤੇ ਬਣਾ ਲਈ ਉਹਨੇ, ਨਕਲ ਤਿਆਰ ਵੀ ਕਰ ਲਈ, ਔਰ ਇੱਥੋਂ ਤੱਕ ਕਿ ਉਹ ਆਪਣੇ ਮਸੰਦਾਂ ਨੂੰ ਭੇਜ ਕੇ ਤੇ ਲੋਕਾਂ ਦੇ ਵਿੱਚ ਪ੍ਰਚਾਰ ਵੀ ਕਰਦਾ ਕਿ ਜੇ ਤੁਸੀਂ ਇੱਥੇ ਚੱਲ ਕੇ ਆਓਗੇ, ਇਸ਼ਨਾਨ ਕਰੋਗੇ ਤੇ ਤੁਹਾਡਾ ਜਿਹੜਾ ਜੰਮਣ ਮਰਨ ਉਹ ਕੱਟਿਆ ਜਾਏਗਾ, ਤੁਹਾਡੇ ਜੀਵਨਾਂ ਦੀ ਮੈਲ ਕੱਟੀ ਜਾਏਗੀ, ਇੱਥੇ ਆ ਕੇ ਇਸ਼ਨਾਨ ਕਰੋ। ਉਹ ਚਾਹ ਕੇ ਪ੍ਰਚਾਰ ਕਰਕੇ ਵੀ ਉਸ ਢੰਗ ਦੇ ਨਾਲ ਸੰਗਤਾਂ ਵਿੱਚ ਮਾਨਤਾ ਨਹੀਂ ਹਾਸਲ ਕਰ ਸਕਿਆ। ਬਰਾਬਰਤਾ ਤੇ ਬੜੀ ਦੂਰ ਦੀ ਗੱਲ ਹੈ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ, ਜੇ ਤੁਹਾਡੇ ਘਰ ਦੀ ਬਰਾਬਰਤਾ ਦੀ ਗੱਲ ਕਰਾਂਗੇ ਨਾ, ਬਰਾਬਰਤਾ ਬੜੀ ਦੂਰ ਦੀ ਗੱਲ ਹੈ। ਤੁਹਾਡੇ ਤੇ ਸਾਹਮਣੇ ਘਰ ਦੇ ਕਿਸੇ ਦੇ ਖੜੋਣ ਜੋਗੀ ਹਿੰਮਤ ਵੀ ਨਹੀਂ ਕਿ ਕੋਈ ਇਹ ਕਹਿ ਸਕਦਾ ਹੋਵੇ ਕਿ ਮੈਂ ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਦੇ ਸਾਹਮਣੇ ਖੜੋ ਕੇ ਉਦਾਂ ਦਾ ਘਰ ਬਣਾਉਣਾ ਚਾਹੁੰਦਾ। ਬੇਸ਼ੁਮਾਰ ਸਰਬਰ ਕੋ ਕਾਹੇ ਜੀਓ, ਫਿਰ ਕਹਿੰਦੇ ਸੁਥਰ ਚਿੱਤ ਭਗਤ ਹਿਤ ਭੇਖ ਧਰਿਓ ਹਰਨਾਖਸ਼ ਹਰਿਓ ਨਖ ਬੇਦਾਰ ਜੀਓ। ਭੱਟ ਗਿਆੰਦ ਜੀ ਕਹਿੰਦੇ ਰੱਬ ਜੀ, ਗੁਰੂ ਰਾਮਦਾਸ ਪਾਤਸ਼ਾਹ ਜੀ ਜਿਹੜੇ ਸੁਥਿਰ ਚਿੱਤ ਵਾਲੇ ਨਾ, ਸਾਫ਼ ਚਿੱਤ ਵਾਲੇ ਭਗਤ ਪ੍ਰਹਿਲਾਦ ਜੀ ਹੋਏ, ਤੁਸੀਂ ਉਹਨਾਂ ਦੀ ਰਾਖੀ ਕਰਨ ਦੇ ਲਈ ਭਗਤ ਹਿਤ, ਆਪਣੀ ਭਗਤ ਦੇ ਹੇਤ ਵਾਸਤੇ, ਉਹਨਾਂ ਦੇ ਪ੍ਰੇਮ ਵਾਸਤੇ, ਉਹਨਾਂ ਦੀ ਰਾਖੀ ਵਾਸਤੇ ਭੇਖ ਧਰਿਓ। ਹੁਣ ਆਪਾਂ ਇਹ ਕਹਿੰਦੇ ਆ ਜੀ ਹਰਨਾਕਸ਼ ਨੂੰ ਮਾਰਨ ਦੇ ਵਾਸਤੇ ਅਕਾਲ ਪੁਰਖ ਪਰਮੇਸ਼ਵਰ ਨੇ ਆਪ ਨਰਸਿੰਘ ਦਾ ਰੂਪ ਧਾਰਨ ਕੀਤਾ। ਮਿਥਿਹਾਸ ਇਹੀ ਕਹਿੰਦਾ। ਭੱਟ ਗਿਆੰਦ ਜੀ ਕਹਿ ਰਹੇ ਨੇ, ਕਹਿੰਦੇ ਜੇ ਉਹ ਨਰਸਿੰਘ ਦਾ ਰੂਪ ਧਾਰਨ ਕਰਕੇ ਜੋ ਆਇਆ ਹੈ ਨਾ, ਧੰਨ ਗੁਰੂ ਰਾਮਦਾਸ ਸਾਹਿਬ, ਮੈਨੂੰ ਇੰਜ ਲੱਗਦਾ ਜਿਵੇਂ ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਨਹੀਂ ਕੋਈ। ਮਤਲਬ ਉਸ ਰੂਪ ਵਿੱਚ ਵੀ ਆਪਣੀ ਭਗਤੀ ਦੀ ਆਪਣੇ ਭਗਤ ਦੀ ਰਾਖੀ ਕਰਨ ਲਈ, ਭਗਤੀ ਦੀ ਲਾਜ ਰੱਖਣ ਵਾਸਤੇ, ਭਗਤ ਦੀ ਪੱਤ ਰੱਖਣ ਵਾਸਤੇ ਤੇ ਆਪਣਾ ਸੁਭਾਵ ਭਗਤ ਵਛਲ ਉਹਦਾ ਬਿਰਧ ਰੱਖਣ ਵਾਸਤੇ ਹਰਨਾਕਸ਼ ਨੂੰ ਜਦੋਂ ਆ ਕੇ ਬਿਦਾਰਦੇ ਹੋ, ਹਰਨਾਕਸ਼ ਨੂੰ ਮਾਰਦੇ ਹੋ, ਹਰਨਾਕਸ਼ ਨੂੰ ਖਤਮ ਕਰਦੇ ਹੋ, ਆਪਣੇ ਨਖਾਂ ਦੇ ਨਾਲ, ਆਪਣੇ ਨਹੁੰਆਂ ਦੇ ਨਾਲ ਉਹਨੂੰ ਪਾੜ ਕੇ ਉਹਨੂੰ ਮਾਰ ਦਿੰਦੇ ਹੋ, ਉਹਦਾ ਖਾਤਮਾ ਕਰ ਦਿੰਦੇ ਹੋ। ਉਸ ਰੂਪ ਵਿੱਚ ਜੋ ਆਇਆ ਸੀ ਧੰਨ ਗੁਰੂ ਰਾਮਦਾਸ ਪਾਤਸ਼ਾਹ, ਮੈਨੂੰ ਲੱਗਦਾ ਉਹ ਵੀ ਤੁਸੀਂ ਹੋ, ਉਹ ਤੁਹਾਡੇ ਤੋਂ ਬਿਨਾਂ ਨਹੀਂ ਹੈ। ਜੇ ਇਹਨਾਂ ਨੂੰ ਸਿੱਧੇ ਰੂਪ 'ਚ ਇਹ ਲਫ਼ਜ਼ ਵਰਤਾਂਗੇ ਤੇ ਇਹ ਕਹਿ ਸਕਦੇ ਹਾਂ ਕਿ ਭੱਟ ਗਿਆੰਦ ਜੀ ਇਹ ਕਹਿਣਾ ਚਾਹੁੰਦੇ ਕਿ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਰੱਬ ਦਾ ਰੂਪ ਹੋ, ਖੁਦ ਪਰਮੇਸ਼ਵਰ ਹੋ, ਤੁਹਾਡੇ ਤੋਂ ਬਿਨਾਂ ਨਹੀਂ ਕੋਈ। ਭਗਤ ਦੀ ਪੱਤ ਰੱਖਣ ਵਾਲੇ ਤੁਸੀਂ।
ਜਿਹਨੂੰ ਆਪਾਂ ਬਾਣੀ 'ਚ ਪੜ੍ਹਦੇ ਆ ਨਾ, ਭਗਤਾਂ ਦੀ ਸਦਾ ਤੂੰ ਰੱਖਦਾ, ਧੁਰ ਤੋਂ ਰੱਖਦਾ ਆਇਆ। ਹੁਣ ਰੱਖਣ ਵਾਲਾ ਕੌਣ ਹੈ? ਗੱਲ ਤੇ ਰੱਬ ਦੀ ਕੀਤੀ ਜਾ ਰਹੀ ਹੈ, ਪਰ ਭੱਟ ਗਯੰਦ ਜੀ ਕਹਿੰਦੇ ਉਹ ਰੱਬ ਆ ਕੇ ਰੱਖਦਾ, ਪਰ ਗੁਰੂ ਰਾਮਦਾਸ ਪਾਤਸ਼ਾਹ ਜੀ ਉਹ ਤੁਹਾਡਾ ਸਰੂਪ ਹੈ, ਤੁਸੀਂ ਹੋ, ਤੁਹਾਡੇ ਤੋਂ ਬਿਨਾਂ ਨਹੀਂ ਕੋਈ। ਤੇ ਆ ਕੇ ਤੁਸੀਂ ਹੁਣ ਜਦੋਂ ਵੀ ਕਿਤੇ ਜ਼ਰੂਰਤ ਪਈ, ਜਦੋਂ ਵੀ ਕਿਤੇ ਲੋੜ ਪਈ, ਚਾਹੇ ਕਿਸੇ ਗਰੀਬ ਦੀ ਰਾਖੀ ਦੀ ਲੋੜ ਪਈ, ਮਜ਼ਲੂਮ ਦੀ ਰਾਖੀ ਦੀ ਜ਼ਰੂਰਤ ਪਈ, ਜ਼ੁਲਮ ਦਾ ਟਾਕਰਾ ਕਰਨ ਦੀ ਲੋੜ ਪਈ, ਜ਼ਾਲਮ ਨਾਲ ਟੱਕਰ ਲੈਣ ਦੀ ਜ਼ਰੂਰਤ ਪਈ, ਅਤਿਆਚਾਰ ਨੂੰ ਖਤਮ ਕਰਨ ਦੀ ਲੋੜ ਪਈ, ਤੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਤੁਸੀਂ ਆਪ ਸੰਸਾਰ ਤੇ ਰੂਪ ਧਾਰਨ ਕਰਕੇ ਆਉਂਦੇ ਹੋ। ਤੁਸੀਂ ਖੁਦ ਪਰਮੇਸ਼ਵਰ ਸਰੂਪ ਹੋ। ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸਦਮ ਅਪਰੰਪਰ ਪਾਰ ਬ੍ਰਹਮ ਲਖੈ ਕੌਣ ਤਾਹੇ ਜਿਉ। ਫਿਰ ਮੈਂ ਆਰੰਭਤਾ ਵਿੱਚ ਹੀ ਜ਼ਿਕਰ ਕੀਤਾ ਸੀ ਕਿ ਭੱਟ ਸਾਹਿਬਾਨਾਂ ਵੱਲੋਂ ਅਲੰਕਾਰ ਜਿਹੜੇ ਵਰਤੇ ਗਏ ਉਹ ਸਨਾਤਨ ਧਰਮ ਦੇ ਨੇ, ਪਰ ਉਹ ਇੱਥੇ ਇਹ ਸਾਬਤ ਨਹੀਂ ਕਰਨਾ ਚਾਹੁੰਦੇ, ਜਾਂ ਉਹਨਾਂ ਦਾ ਮਕਸਦ ਇਹ ਨਹੀਂ ਵੀ ਅਸੀਂ ਬਰਾਬਰਤਾ ਜਾਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਾਂ ਉੱਚਾ ਜਾਂ ਨੀਵਾਂ ਸਾਬਤ ਕਰਨ ਦੀ, ਨਹੀਂ। ਹੁਣ ਉਹਨਾਂ ਜ਼ਿਕਰ ਕੀਤਾ ਜੋ ਵਿਸ਼ਨੂੰ ਜੀ ਮੰਨੇ ਜਾਂਦੇ ਨਾ, ਉਹਨਾਂ ਦਾ ਜਿਹੜਾ ਸਰੂਪ ਉਹਨੂੰ ਬਿਆਨ ਕੀਤਾ। ਉਹਨਾਂ ਦੇ ਹੱਥ ਵਿੱਚ ਸ਼ੰਖ ਵੀ ਹੈ, ਚੱਕਰ ਵੀ ਹੈ, ਗਦਾ ਵੀ ਹੈ। ਹੁਣ ਗੁਰੂ ਰਾਮਦਾਸ ਸਾਹਿਬ ਜੀ ਜਦੋਂ ਮੈਂ ਉਹਨਾਂ ਨੂੰ ਵੇਖਦਾ ਨਾ, ਕਿਉਂਕਿ ਸਨਾਤਨ ਧਰਮ ਨਾਲ ਸੰਬੰਧ ਰੱਖਦੇ, ਉਹ ਕੁਝ ਸੁਣਿਆ ਵੀ ਹੈ, ਉਹ ਕੁਝ ਪੜ੍ਹਿਆ ਵੀ ਹੈ, ਤੇ ਉਹ ਕੁਝ ਅੱਜ ਤੱਕ ਪੜ੍ਹਾਇਆ ਵੀ ਕਹਿ ਲਈਏ, ਜਾਂ ਗਿਆਨ ਇਕੱਠਾ ਵੀ ਉਹੀ ਕੁਛ ਕੀਤਾ। ਭੱਟ ਗਯੰਦ ਜੀ ਨੇ ਸੰਬੰਧ ਉਸ ਧਰਮ ਨਾਲ ਹੈ। ਹੁਣ ਗੁਰੂ ਰਾਮਦਾਸ ਸਾਹਿਬ ਦੇ ਦਰ ਤੇ ਆ ਕੇ ਕਹਿ ਰਹੇ ਨੇ ਵੀ ਮੈਨੂੰ ਲੱਗਦਾ ਹੈ ਧੰਨ ਗੁਰੂ ਰਾਮਦਾਸ ਪਾਤਸ਼ਾਹ, ਜਦੋਂ ਮੈਂ ਉਹ ਸਰੂਪ ਨੂੰ ਵੇਖਦਾ ਨਾ, ਸੰਸਾਰ ਨੇ ਵੀ ਰੱਬ ਮੰਨ ਕੇ ਪੂਜਿਆ, ਸੰਸਾਰ ਨੇ ਵੀ ਪਰਮੇਸ਼ਵਰ ਮੰਨ ਕੇ ਉਹਨਾਂ ਨੂੰ ਸੇਵਿਆ, ਉਹਨਾਂ ਨੂੰ ਪੂਜਿਆ, ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ ਮੈਨੂੰ ਉਹ ਵੀ ਤੁਹਾਡਾ ਹੀ ਸਰੂਪ ਲੱਗਦਾ ਹੈ, ਤੁਹਾਡੇ ਤੋਂ ਬਿਨਾਂ ਨਹੀਂ। ਸ਼ੰਖ ਚੱਕਰ ਗਦਾ ਪਦਮ ਆਪ ਆਪ ਕੀਓ ਸ਼ਦਮ। ਫਿਰ ਕਹਿੰਦੇ ਤੁਸੀਂ ਆਪ ਹੀ ਆਪਣਾ ਜਿਹੜਾ ਸਰੂਪ ਹੈ ਨਾ, ਉਹ 52 ਰੂਪ ਵਿੱਚ ਲਿਆ, ਆਪ ਹੀ 52 ਰੂਪ ਵਿੱਚ ਆਹ ਕਰਕੇ, ਤੇ ਜਿਹਨੂੰ ਛਲਿਆ ਆ ਕੇ, ਤੇ ਉਹ ਵੀ ਤੁਸੀਂ ਆਪ ਹੋ, ਤੁਹਾਡੇ ਤੋਂ ਬਿਨਾਂ ਕੋਈ ਨਹੀਂ। ਆਪਣੇ ਆਪ ਨੂੰ ਛਲ 52 ਰੂਪ ਵੀ ਤੁਸੀਂ ਆਪੇ ਬਣਾਇਆ। ਆਪ ਆਪ ਕੀਓ ਸ਼ਦਮ ਅਪਰੰਪਰ ਪਾਰ ਬ੍ਰਹਮ, ਤੁਸੀਂ ਪਰੇ ਤੋਂ ਪਰੇ ਹੋ, ਪਰਮੇਸ਼ਵਰ ਸਰੂਪ ਹੋ, ਪਾਰ ਬ੍ਰਹਮ ਦਾ ਰੂਪ ਹੋ। ਲਖੈ ਕੌਣ ਤਾਹੇ ਜੀਓ, ਕੌਣ ਲੱਖ ਸਕਦਾ ਤੁਹਾਡੇ ਇਸ ਸਰੂਪ ਨੂੰ, ਕੌਣ ਬਿਆਨ ਕਰ ਸਕਦਾ ਤੁਹਾਡੇ ਇਸ ਆਕਾਰ ਨੂੰ ਜਾਂ ਤੁਹਾਡੇ ਇਸ ਰੂਪ ਨੂੰ। ਸੌਖੇ ਜਿਹੇ ਲਫ਼ਜ਼ਾਂ 'ਚ ਕਹਿ ਲਈਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਡੀ ਛਵੀ ਨੂੰ ਬਿਆਨ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਚਾਹੇ ਕਿਸੇ ਵੀ ਸਰੂਪ ਦੀ ਗੱਲ ਕਰ ਲਈਏ, ਕਿਸੇ ਤਰ੍ਹਾਂ ਦੀ ਆਕਾਰ ਦੀ ਗੱਲ ਕਰ ਲਈਏ, ਕਿਸੇ ਅਵਤਾਰ ਦੀ ਬਾਤ ਕਰ ਲਈਏ, ਧੰਨ ਗੁਰੂ ਰਾਮਦਾਸ ਪਾਤਸ਼ਾਹ ਤੁਹਾਡੀ ਛਵੀ ਨੂੰ, ਤੁਹਾਡੇ ਸਰੂਪ ਨੂੰ ਬਿਆਨ ਕਰਨਾ ਕਿਸੇ ਦੇ ਵੱਸ ਦੀ ਗੱਲ ਨਹੀਂ ਹੈ। ਕੋਈ ਨਹੀਂ ਹੈ ਐਸਾ ਜਿਹੜਾ ਤੁਹਾਨੂੰ ਲੱਖ ਸਕਦਾ ਹੈ, ਕੋਈ ਨਹੀਂ ਐਸਾ ਜਿਹੜਾ ਤੁਹਾਡੇ ਬਾਰੇ ਬਿਆਨ ਕਰ ਸਕਦਾ ਹੈ, ਕੋਈ ਨਹੀਂ ਐਸਾ ਜਿਹੜਾ ਤੁਹਾਡੇ ਬਾਰੇ ਜਾਣ ਸਕਦਾ ਹੈ। ਹਾਂ, ਕੋਈ ਉਹਨਾਂ ਕੀ ਆਖ ਸਕਦਾ ਜਿੰਨਾ ਕੁ ਤੁਸੀਂ ਆਪ ਕਿਰਪਾ ਕਰਕੇ ਉਹਦੀ ਝੋਲੀ 'ਚ ਗਿਆਨ ਦੇ ਦਵੋ, ਇਸ ਤੋਂ ਵੱਧ ਕੇ ਨਹੀਂ। ਕੋਈ ਜੀਵ ਜੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਹਾਨੂੰ ਗਾਉਂਦਾ ਹੈ ਨਾ, ਇਹ ਤੁਹਾਡੀ ਕਿਰਪਾ ਨਾਲ ਹੀ ਗਾ ਰਿਹਾ। ਗੁਰੂ ਰਾਮਦਾਸ ਪਾਤਸ਼ਾਹ ਜੇ ਕੋਈ ਤੁਹਾਡੀ ਛਵੀ ਨੂੰ ਬਿਆਨ ਕਰ ਰਿਹਾ ਤੇ ਤੁਹਾਡੀ ਕਿਰਪਾ ਨਾਲ ਕਰ ਰਿਹਾ। ਗੁਰੂ ਰਾਮਦਾਸ ਸਾਹਿਬ ਜੀ ਜੇ ਕੋਈ ਤੁਹਾਡੀ ਵਡਿਆਈ ਨੂੰ ਵੀ ਗਾਉਂਦਾ ਹੈ ਨਾ, ਤੇ ਤੁਸੀਂ ਆਪ ਕਿਰਪਾ ਕਰਕੇ ਜਿੰਨੀ ਕੁ ਮੱਤ, ਜਿੰਨੀ ਕੁ ਬੁੱਧੀ ਤੇ ਜਿੰਨੀ ਕੁ ਸੋਝੀ ਦੇ ਦਿੰਦੇ ਹੋ ਨਾ, ਓਨੀ ਕੁ ਮੱਤ, ਓਨੀ ਕੁ ਸੋਝੀ, ਓਨੀ ਕੁ ਬੁੱਧੀ ਨਾਲ ਉਹ ਜੀਵ ਤੁਹਾਨੂੰ ਗਾਉਂਦਾ ਹੈ। ਉਹਦੇ ਵੱਸ ਦੀ ਗੱਲ ਨਹੀਂ ਹੈ ਕਿ ਉਹ ਤੁਹਾਨੂੰ ਗਾ ਸਕਦਾ ਹੋਵੇ, ਕਿਉਂਕਿ ਸਤਿਗੁਰੂ ਨੇ ਬਕਾਇਦਾ ਬਾਣੀ 'ਚ ਜ਼ਿਕਰ ਕਰਦੇ ਆਖਿਆ,
तेरे कवन कवन गुण कह गावा, तू साहिब गुणी निदाना। तुमरी महिमा बरना साको, तू ठाकुर ऊंच भगवाना। तेरे गुण बहुते मैं एक ना जानिया, मैं मूर्ख किछ दीजै। प्रणवत नानक सुन मेरे साहिबा, डुबदा पत्थर लीजै। किहड़े गुणां दी गल करांगे, किहड़े गुण बयान करांगे? गुरु रामदास साहिब दी छवि नूं किस ढंग नाल बयान करांगे? नहीं साडे कोल इन्ने अखर, नहीं साडे कोल इन्ने अल्फाज, ते नहीं साडे कोल इन्ना ज्ञान कि असीं ज्ञान दे सदका, अपने अल्फाजां, अपने अखरां दे सदका धन गुरु रामदास पातशाह तुहाडी शोभा गा सकदे होइए। हाँ, इन्ना जरूर कह सकदे हां, बेशुमार बेअंत स्वामी कौन जाने, गुण तेरे गावत उधरे, सुनते उधरे, बिन से पाप कनेरे। हे मालक जी, तुहाडे गुण बहुत ने, कोई तुहाडे गुणां नूं जान नहीं सकदा। पर सतगुरु रामदास जी जिन्हां ने भी तुहानूं गाविया, जिन्हां ने भी तुहानूं सुनिया, तुहानूं गाउण वाले, तुहानूं सुनन वाले संसार समुंदर लंघ गए, पर तुहाडे गुणां बारे कोई भी बयान नहीं जे कर सकिया, क्योंकि तुसी हो ही बेशुमार। आप तुसी एडे क ज्यादा विशाल रूप दे पात्र हो कि तुहाडे स्वरूप नूं कोई भी लख नहीं सकदा। सत साच श्री निवास, आद पुरख सदा तुही। वाहेगुरु 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 वाहे जीओ। फिर कहंदे सत साच श्री निवास। सतगुरा गुरु रामदास पातशाह जी जिन्नी माया दी ताकत है ना, ये सारी तुहाडे अधीन है। तुहाडे तो बिना कुछ भी नहीं। जिन्नी माया दी ताकत, सौखे लफ्जां च कह लीए जो कुदरत नजर आ रही है, सारी दी सारी सतगुरु रामदास तुहाडे अधीन है। कोई कुदरती ताकत, कोई समर्था ऐसी नहीं जिहड़ी तुहाडे तो बाहर ही हो सकदी होवे जां तुहाडे तो बाहर ही होवे। तुसीं सत हो, सਦੀव होंद वाले हो, साच हो, श्री निवास। माया दा भी वासा तुहाडे कोल, तुहाडे अधीन है। आद पुरख सदा तू ही, तुसीं शुरू तो हो, हमेशा हो तुसीं। वाहिगुरु 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 वाहे जीओ। धन गुरु रामदास जी, तुहाडी वडियाई, तुहाडी शोभा ते तुहाडी रहमतां नूं वेख के साडी रसना सिर्फ यही कह सकदी है, वाहिगुरु। इस तो वध के कुछ नहीं। तुहाडे कौतुकां नूं वेखिया, रब दीआं रहमतां नूं वेखिया, गुरु रामदास पातशाह तुहाडीआं बख्शिशां नूं वेखिया। कोई ऐसा जीव नहीं जिहड़ा तुहाडे दर ते आके कदे सखना मुड़िया होवे। गुरु रामदास पातशाह संसार दे उत्ते चाहे कोई संभाले ना संभाले, संसार दुरकार दे, पर तेरा घर एडा वड्डा, तू अपने घर विच आउण वाले नूं कदे दुरकारिया नहीं। रात दे दीवाना विच मैं आप संगत के चरणों च बेनती की सी कि एक समा वो भी आया गुरु रामदास पातशाह दे उत्ते, जदों गुरु रामदास साहब दे ना हालात वेख के ते दुनिया एक गल कह उठी सी भी इहदे घर च ते हुण रोटी भी नहीं बननी, प्रशादा नहीं बनना इहदे घर च। पर जदों संसार ये गल कहंदे ना, संसारक बुद्धि दे जिहड़े मालक सी उन्हां ने इस गल दे अंदाजे लाए, ते कुदरत जिहड़ी है ना ਉਹ संसार ਦੀਆਂ ਇਹਨਾਂ ਗੱਲਾਂ ਨੂੰ ਸੁਣ ਕੇ ਮੁਸਕਰਾਉਂਦੀ ਹੈ। ਉਹਦੇ ਮੁਸਕਰਾਉਣ ਦਾ ਕਾਰਨ ਵੀ ਲੋਕ ਕਿੰਨੇ ਅਣਜਾਣ ਨੇ ਇਸ ਗੱਲ ਤੋਂ। ਉਹ ਨਹੀਂ ਜਾਣਦੇ ਭਾਈ ਜੇਠਾ ਦੇ ਰੂਪ ਨੂੰ, ਭਾਈ ਜੇਠਾ ਜੀ ਦੇ ਸਵਰੂਪ ਨੂੰ ਤੇ ਉਹਨਾਂ ਦੇ ਜੀਵਨ ਨੂੰ। ਉਹਨਾਂ ਨੂੰ ਅਗਾਂਹ ਦਾ ਨਹੀਂ ਪਤਾ ਲੋਕ ਕਿੱਡੀ ਤੁੱਛ ਬੁੱਧੀ ਦੇ ਮਾਲਕ ਨੇ। ਲੋਕ ਕਹਿ ਰਹੇ ਇਹਦੇ ਘਰ 'ਚ ਪ੍ਰਸ਼ਾਦਾ ਨਹੀਂ ਬਣਨਾ, ਇਹਨੂੰ ਕਿਸੇ ਨੇ ਰੋਟੀ ਪ੍ਰਸ਼ਾਦਾ ਦੇਣਾ ਨਹੀਂ, ਇਹਦੀ ਰਸੋਈ ਇੰਨੀ ਕੁ ਵੱਡੀ ਹੋਏਗੀ ਕਿ ਜਿਹਨੂੰ ਕਿਤੋਂ ਪ੍ਰਸ਼ਾਦਾ ਨਹੀਂ ਮਿਲਣਾ ਉਹ ਗੁਰੂ ਰਾਮਦਾਸ ਦੇ ਘਰ 'ਚੋਂ ਜਾ ਕੇ ਪ੍ਰਸ਼ਾਦਾ ਛਕਿਆ ਕਰੇਗਾ। ਔਰ ਵੇਖੋ ਸੰਸਾਰ ਦੇ ਵਿੱਚ ਨਾ
ਇੱਕ ਬਾਤ ਇਹ ਵੀ ਪ੍ਰਚਲਿਤ ਹੈ, ਤੇ ਇਹਦੇ ਚ ਕੋਈ ਅਸੀਂ ਦੋ ਰਾਵਾਂ ਜਾਂ ਝੂਠ ਨਹੀਂ ਕਹਿ ਸਕਦੇ। ਬੱਚੇ ਦੇ ਲਈ ਘਰ ਵਿੱਚ ਰੌਣਕ ਓਨਾ ਚਿਰ ਜਿੰਨਾ ਚਿਰ ਮਾਂ ਤੇ ਪਿਓ ਸਿਰ ਦੇ ਉੱਤੇ ਮੌਜੂਦ ਨੇ, ਤੇ ਮਾਂ ਪਿਓ ਲਈ ਘਰ ਵਿੱਚ ਰੌਣਕ ਓਨਾ ਚਿਰ ਹੈ ਜਿੰਨਾ ਚਿਰ ਬੱਚਾ ਉਹਨਾਂ ਦੇ ਸਾਹਮਣੇ ਹੈ, ਉਹਨਾਂ ਦੀ ਰੌਣਕ ਉਹੀ ਹੈ। ਭਾਈ ਜੇਠਾ ਜੀ ਦੇ ਸੀਸ ਤੋਂ ਨਾ ਮਾਤਾ ਪਿਤਾ ਦਾ ਸਾਇਆ ਉੱਠ ਗਿਆ। ਲੋਕ ਪਤਾ ਕੀ ਕਹਿੰਦੇ, ਘਰ ਦੀ ਰੌਣਕ ਚਲੀ ਗਈ। ਹਾਲਾਤ ਕਿੱਦਾਂ ਦੇ ਚੱਲ ਰਹੇ, ਪਰ ਜਿਹੜੀ ਰੌਣਕ ਗੁਰੂ ਰਾਮਦਾਸ ਦੇ ਘਰ 'ਚ ਹੈ ਨਾ, ਉਹ ਉਸੇ ਘਰ 'ਚ ਉਦਾਂ ਹੀ ਹੈ। ਹਰ ਇੱਕ ਘਰ ਦੀ ਰੌਣਕ ਨੂੰ ਫਰਕ ਪੈ ਗਿਆ। ਹਰ ਇੱਕ ਘਰ ਦੇ ਹਾਲਾਤ ਬਦਲ ਗਏ, ਹਰ ਇੱਕ ਘਰ ਦਾ ਢੰਗ, ਹਰ ਇੱਕ ਘਰ ਦੇ ਸਿਚੁਏਸ਼ਨ ਤੱਕ ਬਦਲ ਗਈ। ਪਰ ਧੰਨ ਗੁਰੂ ਰਾਮਦਾਸ ਪਾਤਸ਼ਾਹ, ਤੇਰੇ ਘਰ ਦੀ ਰੌਣਕ ਵੀ ਉਦਾਂ, ਤੇਰੇ ਘਰ ਦੇ ਹਾਲਾਤ ਵੀ ਉਦਾਂ, ਤੇ ਤੇਰੇ ਘਰ ਦੀ ਸਿਚੁਏਸ਼ਨ ਵੀ ਉਦਾਂ। ਰੌਣਕਾਂ ਅੱਜ ਵੀ ਉਸੇ ਤਰ੍ਹਾਂ ਹੀ ਲੱਗਦੀਆਂ, ਸਮਾਂ ਭਾਵੇਂ ਜਿੱਦਾਂ ਦਾ ਮਰਜ਼ੀ ਚੱਲਦਾ ਹੈ। ਤੇ ਸਤਿਗੁਰੂ ਪਾਤਸ਼ਾਹ ਤੁਹਾਡੇ ਸਰੂਪ, ਤੁਹਾਡੀ ਛਵੀ, ਤੁਹਾਡੇ ਹਰ ਇੱਕ ਤਰ੍ਹਾਂ ਦੇ ਕੌਤਕ ਨੂੰ ਵੇਖ ਕੇ ਸਾਡੀ ਰਸਨਾ ਸਿਰਫ ਆਹੀ ਕਹਿ ਸਕਦੀ ਹੈ, ਵਾਹਿਗੁਰੂ 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 ਵਾਹੇ ਜੀਓ, ਕਿਉਂਕਿ ਤੁਸੀਂ ਸਤ ਸਾਚ ਸ੍ਰੀ ਨਿਵਾਸ ਆਦਿ ਪੁਰਖ ਸਦਾ ਤੂੰ ਹੀ। ਪੀਤ ਬਸਨ ਕੁੰਦ ਦਸਨ ਪ੍ਰਿਆ ਸਹਿਤ ਕੰਠ ਮਾਲ ਮੁਕਟ ਸੀਸ ਮੋਰ ਪੰਖ ਚਾਹੇ ਜਿਉ। ਫਿਰ ਅਲੰਕਾਰ ਜਿਹੜਾ ਉਹ ਸਨਾਤਨ ਧਰਮ ਦਾ ਵਰਤਿਆ। ਗੁਰੂ ਰਾਮਦਾਸ ਪਾਤਸ਼ਾਹ ਜੀ, ਮੈਂ ਤੁਹਾਡੇ ਵੱਲ ਝਾਤ ਮਾਰੀ, ਤੁਹਾਡੀ ਛਵੀ ਨੂੰ ਵੇਖਿਆ ਤੇ ਮੈਨੂੰ ਇੰਜ ਲੱਗਾ ਜਿਵੇਂ ਪੀਲੇ ਵਸਤਰਾਂ ਵਾਲੇ ਨਾ, ਉਹ ਵੀ ਤੁਸੀਂ ਹੋ। ਪੀਤ ਬਸਨ ਮਤਲਬ ਪੀਲੇ ਵਸਤਰਾਂ ਵਾਲੇ, ਪੀਤ ਮਤਲਬ ਪੀਲੇ, ਵਸਨ ਮਤਲਬ ਵਸਤਰ, ਪੀਲੇ ਵਸਤਰਾਂ ਵਾਲੇ ਵੀ ਤੁਸੀਂ ਹੋ। ਤੇ ਤੁਹਾਡੇ ਜਿਹੜੇ ਦਸਨ ਨੇ ਨਾ, ਦੰਦ ਨੇ ਜਿਹੜੇ, ਕੁੰਦ, ਕੁੰਦ ਕਿਹਾ ਜਾਂਦਾ ਹੈ ਚਿੱਟੇ ਕਲੀਆਂ ਵਰਗੇ। ਸਤਿਗੁਰੂ ਰਾਮਦਾਸ ਪਾਤਸ਼ਾਹ, ਤੁਹਾਡੇ ਦੰਦ ਬੜੇ ਸੁੰਦਰ ਚਿੱਟੇ ਕਲੀਆਂ ਵਰਗੇ ਤੁਹਾਡੇ ਨੇ, ਉਹ ਵੀ ਤੁਸੀਂ ਹੋ। ਪ੍ਰਿਯ ਸਹਿਤ, ਆਪਣੇ ਪਿਆਰੇ ਦੇ ਸਹਿਤ, ਆਪਣੇ ਪ੍ਰੀਤਮ ਦੇ ਸਹਿਤ ਤੁਸੀਂ ਹੋ ਆਪਣੇ ਪਿਆਰੇ ਦੇ ਨਾਲ ਵੀ। ਕੰਠ ਮਾਲ, ਕੰਠ ਵਿੱਚ ਤੁਹਾਡੇ ਮਾਲਾ ਬੜੀ ਸੋਹਣੀ ਹੈ। ਮੁਕਟ ਸੀਸ, ਤੁਹਾਡੇ ਸੀਸ ਦੇ ਉੱਤੇ ਮੁਕਟ ਹੈ ਬੜਾ ਸੋਹਣਾ, ਤੇ ਉਸ ਮੁਕਟ ਦੇ ਉੱਤੇ ਕੀ ਲੱਗਾ, ਮੋਰ ਪੰਖ ਚਾਹੇ ਜੀ। ਉਹ ਜਿਹੜਾ ਮੋਰ ਪੰਖ ਵਾਲਾ ਮੁਕਟ ਲਾ ਕੇ ਵੀ ਬੈਠਾ ਹੈ ਨਾ ਸਤਿਗੁਰੂ ਰਾਮਦਾਸ ਪਾਤਸ਼ਾਹ, ਵੀ ਤੁਸੀਂ ਹੋ, ਤੁਹਾਡੇ ਤੋਂ ਬਿਨਾ ਕੋਈ ਨਹੀਂ। ਮਤਲਬ ਸਤਿਗੁਰੂ ਰਾਮਦਾਸ ਜੀ, ਤੁਸੀਂ ਇਸ ਢੰਗ ਨਾਲ ਸਰਬ ਵਿਆਪੀ ਹੋ। ਆਪਾਂ ਪਿੱਛੇ ਪੜ੍ਹ ਕੇ ਆਏ ਨਾ, ਸਤਜੁਗ ਤੈ ਮਾਣਿਓ ਛਲਿਓ ਬਲ ਬਾਵਨ, ਤ੍ਰੇਤੈ ਤੈ ਮਾਣਿਓ ਰਾਮ ਰਘੁਵੰਸ਼ ਕਹਾਇਓ। ਹੁਣ ਉਹ ਸਾਰਾ ਕੁਝ ਕੀ ਹੈ? ਅਕਾਲ ਪੁਰਖ ਪਰਮੇਸ਼ਵਰ ਦੀ ਬਾਤ ਕਰਦੇ ਹਾਂ, ਗੁਰੂ ਨਾਨਕ ਦੇ ਘਰ ਦੀ ਵਡਿਆਈ, ਗੁਰੂ ਨਾਨਕ ਦੀ ਛਵੀ ਨੂੰ ਬਿਆਨ ਕਰਦੇ ਹਾਂ, ਜਾਂ ਗੁਰੂ ਸਾਹਿਬਾਨਾਂ ਦੀ ਵਡਿਆਈ। ਮੈਂ ਗੁਰੂ ਨਾਨਕ ਲਫ਼ਜ਼ ਇਸ ਲਈ ਵਰਤ ਰਿਹਾ ਕਿਉਂਕਿ ਜੋਤ ਉਹੀ ਚੱਲੀ ਆ ਰਹੀ ਹੈ। ਸ਼ੋਭਾ ਭੱਟ ਸਾਹਿਬਾਨਾਂ ਨੇ ਠੀਕ ਹੈ ਵੱਖਰੇ ਵੱਖਰੇ ਸਰੀਰਾਂ ਦੇ ਆਧਾਰ ਉੱਤੇ ਉਹਨਾਂ ਕੀਤੀ। ਗੁਰੂ ਨਾਨਕ ਸਾਹਿਬ ਦੀ ਸ਼ੋਭਾ ਲਈ ਉਹਨਾਂ ਅਲੱਗ ਲਫ਼ਜ਼ ਵਰਤੇ, ਗੁਰੂ ਅੰਗਦ ਸਾਹਿਬ ਦੀ ਲਈ ਅਲੱਗ, ਗੁਰੂ ਅਮਰਦਾਸ ਜੀ ਦੇ ਲਈ ਅਲੱਗ ਵਡਿਆਈ ਵਾਲੇ ਬਚਨ ਵਰਤਦੇ, ਗੁਰੂ ਰਾਮਦਾਸ ਸਾਹਿਬ ਲਈ ਉਹਨਾਂ ਅਲੱਗ ਲਫ਼ਜ਼ ਵਰਤੇ। ਪਰ ਜਦੋਂ ਇਕੱਠਿਆਂ ਕਰਕੇ ਵੇਖਾਂਗੇ ਤੇ ਲਫ਼ਜ਼ ਤੇ ਉਹ ਸਾਰੇ ਇੱਕੋ ਲਈ ਵਰਤ ਰਹੇ ਨਾ, ਜੋਤ ਤੇ ਉਹ ਹੀ ਹੈ। ਜਿਹੜੀ ਜੋਤ ਉਹਨਾਂ ਗੁਰੂ ਅਰਜਨ ਸਾਹਿਬ ਅੰਦਰ ਵੇਖੀ ਸੀ, ਬਸ ਉਸ ਜੋਤ ਨੂੰ ਮਹਿਸੂਸ ਕਰਕੇ ਹੁਣ ਮਨ ਵਿੱਚ ਇਹ ਹੈ ਵੀ ਸਾਨੂੰ ਪਤਾ ਲੱਗੇ ਇਹ ਸ਼ੁਰੂ ਕਿੱਥੋਂ ਹੋਈ ਹੈ, ਇਹ ਜੋਤ ਆਈ ਕਿੱਥੋਂ ਹੈ। ਤੇ ਜਦੋਂ ਉਹਦੀ ਬਾਤ ਆਉਂਦੀ ਫਿਰ ਗੁਰੂ ਰਾਮਦਾਸ ਸਾਹਿਬ ਦਾ ਪਤਾ ਲੱਗਦਾ, ਗੁਰੂ ਅਮਰਦਾਸ, ਫਿਰ ਗੁਰੂ ਅੰਗਦ ਸਾਹਿਬ, ਅਖੀਰ ਪਹੁੰਚਦੇ ਕਿੱਥੇ ਗੁਰੂ ਨਾਨਕ ਸਾਹਿਬ। ਫਿਰ ਉੱਥੋਂ ਸ਼ੁਰੂਆਤ ਕਰਦੇ ਵੀ ਅਸਲ ਦੇ ਵਿੱਚ ਤੇ ਸਾਰਿਆਂ ਦੇ ਉੱਤੇ ਕਿਰਪਾ ਵਰਤਾਉਣ ਵਾਲੇ ਇਹ ਹੀ ਨੇ। ਕਿਉਂਕਿ ਗਿਆਨ ਦੀ ਜੋਤ ਜੇ ਰੱਬ ਵੱਲੋਂ ਗੱਲ ਕਰਾਂਗੇ
ਅਕਾਲ ਪੁਰਖ ਪ੍ਰਮਾਤਮਾ ਵੱਲੋਂ ਗੱਲ ਕਰਾਂਗੇ, ਰੱਬ ਦੇ ਘਰ ਵੱਲੋਂ ਬਾਤ ਕਰਾਂਗੇ ਤੇ ਉਹ ਗੁਰੂ ਨਾਨਕ ਸਾਹਿਬ ਲੈ ਕੇ ਆਏ। ਗੁਰਤਾ ਗੱਦੀ 'ਚ ਕੀ ਦਿੱਤਾ ਜਾਂਦਾ? ਗਿਆਨ ਰੂਪੀ ਜੋਤ ਹੀ ਦਿੱਤੀ ਜਾਂਦੀ ਨਾ, ਜੁਗਤ ਦਿੱਤੀ ਜਾਂਦੀ, ਗਿਆਨ ਦਿੱਤਾ ਜਾਂਦਾ। ਉਹੀ ਗਿਆਨ ਦੀ ਜੋਤ ਅੰਦਰ ਟਿਕਾਈ ਜਾਂਦੀ ਜਿਹਨੂੰ ਗੁਰੂ ਕਹਿ ਕੇ ਸੰਬੋਧਨ ਕੀਤਾ ਗਿਆ, ਤੇ ਉਹ ਗੁਰੂ ਨਾਨਕ ਸਾਹਿਬ ਵਿੱਚ ਟਿਕੀ ਹੋਈ ਹੈ। ਉਦੋਂ ਅਗਾਂਹ ਬਾਬੇ ਨਾਨਕ ਨੇ ਟਿਕਾਈ ਹੈ। ਸ਼ੁਰੂਆਤ ਉੱਥੋਂ ਹੀ ਹੋਈ ਹੈ। ਲਫ਼ਜ਼ ਭਾਵੇਂ ਵੱਖਰੇ ਵੱਖਰੇ ਨੇ, ਸ਼ਬਦ ਅੱਖਰ ਵੱਖਰੇ ਵੱਖਰੇ ਹੋ ਸਕਦੇ, ਸ਼ਬਦਾਵਲੀ ਵੱਖਰੀ ਹੈ, ਆਕਾਰ ਵੱਖਰੇ ਵੱਖਰੇ ਸਰੀਰਾਂ ਦੇ, ਪਰ ਜੋਤ ਇੱਕੋ ਹੀ ਹੈ ਤੇ ਸ਼ੋਭਾ ਜੋਤ ਦੀ ਹੋ ਰਹੀ ਹੈ। ਵਡਿਆਈ ਉਸ ਜੋਤ ਦੀ ਹੋ ਰਹੀ ਹੈ ਜਿਹੜੀ ਜੋਤ ਨੇ ਗੁਰੂ ਪਦ ਦਿੱਤਾ ਹੈ, ਜਿਹੜੀ ਜੋਤ ਨੇ ਗੁਰੂ ਸਥਾਪਿਤ ਕੀਤਾ, ਜਿਸ ਜੋਤ ਨੇ ਗੁਰਤਾ ਗੱਦੀ ਦੇ ਉੱਪਰ ਸੁਸ਼ੋਭਿਤ ਕੀਤਾ। ਬਾਤ ਉਸ ਜੋਤ ਦੀ ਚੱਲ ਰਹੀ ਹੈ। ਤੇ ਸਤਿਗੁਰੂ ਰਾਮਦਾਸ ਜੀ ਤੁਹਾਡੇ ਸਰੂਪ ਵੱਲ ਵੇਖ ਕੇ ਲੱਗਦਾ ਵੀ ਪੀਲੇ ਵਸਤਰਾਂ ਵਾਲੇ, ਸੋਹਣੇ ਦੰਦਾਂ ਵਾਲੇ, ਆਪਣੇ ਪਿਆਰੇ ਸਹਿਤ, ਕੰਠ ਵਿੱਚ ਮਾਲਾ ਵਾਲੇ ਤੇ ਸੀਸ ਉੱਤੇ ਮੁਕਟ ਜਿਹਦੇ ਉੱਤੇ ਮੋਰ ਦੇ ਪੰਖ ਲੱਗੇ ਸਤਿਗੁਰੂ ਰਾਮਦਾਸ ਸਾਹਿਬ ਜੀ, ਮੈਨੂੰ ਉਹ ਵੀ ਤੁਸੀਂ ਹੀ ਨਜ਼ਰ ਆਉਂਦੇ ਹੋ। ਬੇਵਜ਼ੀਰ ਬੜੇ ਧੀਰ ਧਰਮ ਅੰਗ ਅਲਖ ਅਗੰਮ ਖੇਲ ਕੀਆ ਆਪਣੇ ਉਛਾਹੇ ਜਿਉ। ਫਿਰ ਕਹਿੰਦੇ ਬੇਵਜ਼ੀਰ, ਤੁਹਾਨੂੰ ਕਿਸੇ ਵਜ਼ੀਰ ਦੀ ਲੋੜ ਨਹੀਂ ਹੈ। ਬੇਵਜ਼ੀਰ, ਵਜ਼ੀਰ ਤੋਂ ਬਿਨਾਂ ਤੁਹਾਨੂੰ ਕਿਸੇ ਸਲਾਹਕਾਰ ਦੀ ਲੋੜ ਨਹੀਂ। ਬੜੇ ਧੀਰ, ਤੁਸੀਂ ਬੜੇ ਵੱਡੇ ਧੀਰਜ ਦੇ ਮਾਲਕ ਹੋ। ਧਰਮ ਅੰਗ, ਹਰ ਵਕਤ ਤੁਸੀਂ ਧਰਮ ਦੀ ਪਾਲਣਾ ਕਰਨ ਵਾਲੇ ਹੋ, ਧਰਮ ਦੀ ਪਾਲਣਾ ਕਰ ਰਹੇ ਹੋ ਹਰ ਵਕਤ। ਅਲਖ ਅਗੰਮ ਹੋ, ਤੁਸੀਂ ਲਖਣ ਤੋਂ ਰਹਿਤ, ਅਲਖ ਹੋ, ਤੁਹਾਨੂੰ ਲਖਿਆ ਨਹੀਂ ਜਾ ਸਕਦਾ। ਅਗੰਮ, ਤੁਹਾਡੇ ਤੱਕ ਪਹੁੰਚ ਨਹੀਂ ਕੀਤੀ ਜਾ ਸਕਦੀ। ਖੇਲ ਕੀਆ, ਇਹ ਸਾਰੇ ਦਾ ਸਾਰਾ ਖੇਲ ਤੁਸੀਂ ਆਪ ਕੀਤਾ। ਆਪਣੇ ਉਤਸ਼ਾਹ ਜੀਓ। ਗੁਰੂ ਰਾਮਦਾਸ ਪਾਤਸ਼ਾਹ ਆਪਣੇ ਚਾਅ ਦੇ ਨਾਲ ਆ ਜਿੰਨਾ ਸੰਸਾਰਕ ਪਾਸਾਰਾ ਨਜ਼ਰ ਆ ਰਿਹਾ, ਜਿੰਨੀ ਆ ਸੰਸਾਰਕ ਖੇਡ ਨਜ਼ਰ ਆ ਰਹੀ ਹੈ ਨਾ, ਸਤਿਗੁਰੂ ਰਾਮਦਾਸ ਜੀ ਇਹ ਤੁਸੀਂ ਆਪਣੇ ਚਾਅ ਨਾਲ ਆਪ ਹੀ ਕੀਤੀ ਹੈ। ਤੁਸੀਂ ਧਰਮ ਨੂੰ ਪਾਲਣ ਵਾਲੇ ਹੋ, ਅਲਖ ਹੋ, ਅਗੰਮ ਹੋ, ਬੜੇ ਧੀਰਜ ਵਾਲੇ ਹੋ। ਤੁਹਾਡਾ ਧੀਰਜ ਬਹੁਤ ਵਿਸ਼ਾਲ ਹੈ ਸਤਿਗੁਰੂ ਰਾਮਦਾਸ ਪਾਤਸ਼ਾਹ। ਜਿੱਥੇ ਤੁਹਾਡਾ ਧੀਰਜ ਬੜਾ ਵਿਸ਼ਾਲ ਹੈ ਨਾ, ਉੱਥੇ ਮਾਲਕ ਪਾਤਸ਼ਾਹ ਤੁਹਾਨੂੰ ਕਿਸੇ ਸਲਾਹਕਾਰ ਦੀ ਲੋੜ ਨਹੀਂ ਹੈ। ਤੁਸੀਂ ਆਪੇ ਹੀ ਸਲਾਹ ਵੀ ਆਪ ਕਰਦੇ ਹੋ, ਫੈਸਲੇ ਵੀ ਆਪ ਲੈਂਦੇ ਹੋ, ਤੇ ਮਾਲਕ ਪਾਤਸ਼ਾਹ ਫੈਸਲਾ ਸੁਣਾਉਂਦੇ ਵੀ ਆਪ ਹੋ। ਤੇ ਸਤਿਗੁਰੂ ਜੀ ਇਨਸਾਫ ਵੀ ਆਪ ਕਰਦੇ ਹੋ, ਇਨਸਾਫ ਕਰਦੇ ਵੀ ਆਪ ਹੋ, ਇਨਸਾਫ ਦੇ ਲਫ਼ਜ਼ ਜਿਹੜੇ ਸੁਣਦੇ ਵੀ ਆਪ ਹੋ। ਮਾਲਕ ਪਾਤਸ਼ਾਹ ਆਪੇ ਵਕੀਲ ਬਣ ਕੇ, ਆਪੇ ਸਲਾਹਕਾਰ ਬਣ ਕੇ, ਆਪੇ ਜੱਜ ਬਣ ਕੇ ਨਿਆਂ ਵੀ ਤੁਸੀਂ ਆਪ ਕਰਦੇ ਹੋ। ਤੁਹਾਡੇ ਤੋਂ ਬਿਨਾ ਕੋਈ ਨਹੀਂ। ਸਤਿਗੁਰੂ ਰਾਮਦਾਸ ਪਾਤਸ਼ਾਹ ਜੀ ਜਿੰਨਾ ਸੰਸਾਰਕ ਖੇਡ ਤਮਾਸ਼ਾ ਨਜ਼ਰ ਆ ਰਿਹਾ, ਇਹ ਤੁਹਾਡਾ ਆਪਣੇ ਚਾਅ ਨਾਲ ਹੀ ਪੈਦਾ ਕੀਤਾ ਹੋਇਆ ਹੈ। ਅਕਥ ਕਥਾ ਕਥੀ ਨਾ ਜਾਏ ਤੀਨ ਲੋਕ ਰਹਿਆ ਸਮਾਏ ਸੁਤਹ ਸਿੱਧ ਰੂਪ ਧਰਿਓ ਸਾਹਨ ਕੈ ਸਾਹੇ ਜਿਉ। ਗੁਰੂ ਰਾਮਦਾਸ ਜੀ ਅਕਥ ਕਥਾ, ਤੁਹਾਡੀ ਕਥਾ ਬਹੁਤ ਅਕਥ ਹੈ। ਕਥੀ ਨਾ ਜਾਏ, ਅਕਥ ਦਾ ਮਤਲਬ ਵੀ ਉਹ ਜਿਹਨੂੰ ਕਥਿਆ ਨਾ ਜਾ ਸਕੇ। ਅਕਥ ਕਥਾ, ਤੁਹਾਡੀ ਕਥਾ ਕੀ ਹੈ? ਅਕਥ, ਕਥੀ ਨਾ ਜਾਏ, ਨਹੀਂ ਕਹੀ ਜਾ ਸਕਦੀ। ਕਿਉਂਕਿ ਤੀਨ ਲੋਕ ਰਹਿਆ ਸਮਾਏ, ਤੁਸੀਂ ਤੇ ਤਿੰਨਾਂ ਲੋਕਾਂ 'ਚ ਸਮਾਏ ਹੋਏ ਹੋ। ਤੁਹਾਡੇ ਤੋਂ ਬਿਨਾਂ ਤੇ ਕੋਈ ਲੋਕ ਹੀ ਨਹੀਂ ਹੈ। ਪਾਤਾਲ ਲੋਕ ਵੀ ਤੁਹਾਡੇ ਕਰਕੇ, ਆਕਾਸ਼ ਲੋਕ ਵੀ ਤੁਹਾਡੇ ਕਰਕੇ, ਮਾਤ ਲੋਕ ਵੀ ਤੁਹਾਡੇ ਕਰਕੇ, ਤੁਸੀਂ ਤਿੰਨਾਂ ਲੋਕਾਂ 'ਚ ਸਮਾਏ ਹੋ। ਸੁਤਹਾ ਸਿੱਧ, ਸਹਿਜ ਸੁਭਾ, ਰੂਪ ਧਰਿਓ, ਤੁਸੀਂ ਰੂਪ ਧਾਰਨ ਕੀਤਾ। ਸ਼ਾਹਨ ਕੈ ਸ਼ਾਹ ਜੀਓ, ਹੇ ਸ਼ਾਹਾਂ ਦੇ ਸ਼ਾਹ ਧੰਨ ਗੁਰੂ ਰਾਮਦਾਸ ਪਾਤਸ਼ਾਹ, ਤੁਹਾਡੀ ਕਥਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ। ਤੁਸੀਂ ਤਿੰਨਾਂ ਲੋਕਾਂ ਵਿੱਚ ਟਿਕੇ ਹੋਏ ਹੋ, ਤਿੰਨਾਂ ਲੋਕਾਂ 'ਚ ਤੁਹਾਡਾ ਵਸੇਬਾ, ਵਸੇ ਹੋਏ ਹੋ ਤੁਸੀਂ ਤਿੰਨਾਂ ਲੋਕਾਂ 'ਚ। ਪਟ ਗਯੰਦ ਜੀ ਕਹਿ ਰਹੇ ਸ਼ਾਹਨ ਕੈ ਸ਼ਾਹ ਜੀਓ, ਕਹਿੰਦੇ ਤੁਸੀਂ ਸ਼ਾਹਾਂ ਦੇ ਵੀ ਸ਼ਾਹ ਹੋ, ਬਾਦਸ਼ਾਹਾਂ ਦੇ ਵੀ ਬਾਦਸ਼ਾਹ ਹੋ। ਤੇ ਇੱਕ ਸਮਾਂ ਉਹ ਵੀ ਹੈ ਜਿੱਦਣ ਦੁਨੀਆ ਕਹਿੰਦੀ ਇਹਦੇ ਤੇ ਘਰ ਵਿੱਚ ਹੈ ਹੀ ਕੁਛ ਨਹੀਂ ਰਿਹਾ।
ਪਰ ਸੰਸਾਰ ਨੂੰ ਥੋੜੀ ਪਤਾ ਕਿ ਰੱਬ ਨੇ ਕੀ ਕੌਤਕ ਵਰਤਾਉਣਾ। ਦੁਨੀਆ ਨੇ ਤੇ ਕੱਲਾ ਬਾਹਰੀ ਰੂਪ ਵੇਖਿਆ, ਸਿਰਫ ਉਹ ਹਾਲਾਤ ਵੇਖੇ ਜਿਨ੍ਹਾਂ ਹਾਲਾਤਾਂ ਦਾ ਸਾਹਮਣਾ ਭਾਈ ਜੇਠਾ ਜੀ ਕਰ ਰਹੇ, ਸਿਰਫ ਉਹ ਵੇਖਿਆ ਸੀ। ਇਹ ਵੇਖਿਆ ਸੀ ਵੀ ਨਾ ਘਰ ਵਿੱਚ ਮਾਂ ਰਹੀ ਤੇ ਨਾ ਪਿਓ ਰਿਹਾ। ਸਿਰਫ ਇਹੀ ਵੇਖਿਆ ਸੀ ਕਿ ਸਿਰ ਤੇ ਟੋਕਰੀ ਚੁੱਕ ਕੇ ਭਾਈ ਜੇਠਾ ਤੇ ਘੁੰਗਣੀਆਂ ਵੇਚ ਰਿਹਾ, ਕਿੱਥੇ ਬਾਦਸ਼ਾਹ ਬਣ ਜਾਣਾ ਇਹਨੇ। ਪਰ ਰੱਬ ਦੀ ਜਿਹੜੀ ਕੁਦਰਤ ਹੈ ਉਹਨੂੰ ਸ਼ਾਇਦ ਕੋਈ ਵੀ ਨਹੀਂ ਸੀ ਸਮਝ ਸਕਿਆ। ਤੁਸੀਂ ਕਹਿੰਦੇ ਹੋ ਇਹਨੇ ਬਾਦਸ਼ਾਹ, ਇਹਨੇ ਉਹ ਬਾਦਸ਼ਾਹ ਬਣਨਾ ਜਿਹਦੇ ਅੱਗੇ ਆ ਕੇ ਬਾਦਸ਼ਾਹ ਵੀ ਚੁੱਕਣਗੇ। ਅੱਜ ਇਹ ਕਹਿ ਰਹੇ ਹੋ ਨਾ ਕਿ ਇਹਦੇ ਘਰ ਵਿੱਚ ਕੁਛ ਨਹੀਂ ਬਾਕੀ ਰਿਹਾ, ਪਤਾ ਨਹੀਂ ਘਰ ਦਾ ਗੁਜ਼ਰਾਨ ਵੀ ਕਿੱਦਾਂ ਚੱਲਣਾ। ਰਿਸ਼ਤੇਦਾਰ ਸਾਕ ਸੰਬੰਧੀ ਸਾਰੇ ਪਾਸੇ ਹਟ ਗਏ, ਇਨਕਾਰੀ ਹੋ ਗਏ ਕਿ ਅਸੀਂ ਆਪਣੇ ਘਰ ਵਿੱਚ ਨਹੀਂ ਰੱਖ ਸਕਦੇ। ਸਾਰੇ ਇਨਕਾਰੀ ਹੋ ਕੇ ਮੁੱਖ ਮੋੜ ਕੇ ਪਾਸੇ ਹੋ ਗਏ। ਤੇ ਜਦੋਂ ਦੁਨੀਆ ਪਾਸਾ ਵੱਟਦੀ ਨਾ, ਉਦੋਂ ਰੱਬ ਆਪਣੇ ਵੱਲ ਦਾ ਦਰਵਾਜ਼ਾ ਖੋਲਦਾ। ਜਿਹਨੂੰ ਕਦੇ ਵੇਖ ਕੇ ਕਹਿੰਦੇ ਸੀ ਵੀ ਘੁੰਗਣੀਆਂ ਵੇਚ ਕੇ ਗੁਜ਼ਾਰਾ ਘਰ ਦਾ ਚੱਲਦਾ, ਮਸਾਂ ਖਰਚਾ ਹੀ ਚੱਲਦਾ ਹੈ ਘਰ ਦਾ, ਇਹਨੇ ਬਾਦਸ਼ਾਹ ਕਿੱਥੋਂ ਬਣ ਜਾਣਾ। ਇਹਦੇ ਉਹ ਹਾਲਾਤ ਹੁਣ ਵਾਪਸ ਨਹੀਂ ਪਰਤਣਗੇ। ਜਾਂ ਜਿਹੜਾ ਸੁਪਨਾ ਕਦੇ ਮਾਂ ਤੇ ਪਿਤਾ ਨੇ ਸੋਚਿਆ ਸੀ ਨਾ, ਅਸੀਂ ਆਪਣੇ ਬੱਚੇ ਨੂੰ ਬਹੁਤ ਵੱਡਿਆਂ ਬਣਾਉਣਾ, ਉੱਚੇ ਅਹੁਦੇ ਤੇ ਲੈ ਕੇ ਜਾਣਾ, ਉਹ ਸੁਪਨਾ ਹੁਣ ਸੁਪਨਾ ਹੀ ਰਹਿ ਜਾਣਾ ਹੈ। ਦੁਨੀਆ ਇਹ ਕਹਿੰਦੀ ਹੈ, ਪਰ ਦੁਨੀਆ ਨੂੰ ਕੀ ਪਤਾ ਕਿ ਇੱਕ ਦਿਨ ਭਾਈ ਜੇਠਾ ਜਿਸ ਦਿਨ ਗੁਰੂ ਰਾਮਦਾਸ ਪਾਤਸ਼ਾਹ ਬਣ ਕੇ ਗੁਰਤਾ ਗੱਦੀ ਤੇ ਬੈਠਣਗੇ ਨਾ, ਉਦਣ ਬਾਦਸ਼ਾਹ ਵੀ ਆ ਕੇ ਅੱਗੇ ਝੁਕਿਆ ਕਰਨਗੇ। ਤੇ ਜਿੱਦਣ ਕੁਛ ਮੰਗਣਾ ਹੋਇਆ, ਬਾਦਸ਼ਾਹ ਵੀ ਝੋਲੀਆਂ ਅੱਡ ਕੇ ਗੁਰੂ ਰਾਮਦਾਸ ਕੋਲੋਂ ਮੰਗਿਆ ਕਰਨਗੇ, ਸਾਨੂੰ ਆ ਕੁਛ ਚਾਹੀਦਾ ਹੈ। ਮਹਾਰਾਜਾ ਰਣਜੀਤ ਸਿੰਘ ਦਾ ਜੀਵਨ ਪੜ੍ਹ ਕੇ ਵੇਖੋ, ਕਿਤੇ ਬੜੀ ਦ੍ਰਿੜਤਾ ਨਾਲ ਕਹਿੰਦਾ ਵੀ ਮੈਂ ਜੋ ਮੰਗਣਾ ਚਾਹੁੰਦਾ ਜਾਂ ਜੋ ਮੇਰੀ ਮੰਗ ਹੁੰਦੀ ਹੈ, ਜੋ ਮੇਰੀ ਇੱਛਾ ਹੁੰਦੀ, ਮੈਂ ਗੁਰੂ ਰਾਮਦਾਸ ਕੋਲੋਂ ਜਾ ਕੇ ਮੰਗਦਾ। ਤੇ ਧੰਨ ਗੁਰੂ ਅਰਜਨ ਸਾਹਿਬ ਦੇ ਵੇਲੇ ਦੀ ਗੱਲ ਕਰ ਲਓ, ਗੁਰੂ ਰਾਮਦਾਸ ਪਾਤਸ਼ਾਹ ਦੇ ਵੇਲੇ ਦੀ ਵੀ ਬਾਤ ਕਰ ਲਓ। ਗੁਰੂ ਰਾਮਦਾਸ ਸਾਹਿਬ ਨੇ ਨਾ ਗੁਰਤਾ ਗੱਦੀ ਤੇ ਗੁਰੂ ਅਰਜਨ ਸਾਹਿਬ ਨੂੰ ਬਿਠਾਇਆ। ਪ੍ਰਿਥੀ ਚੰਦ ਨੇ ਵਿਰੋਧ ਕੀਤਾ। ਵਿਰੋਧ ਕਰਦਾ ਹੋਇਆ ਉਹ ਸ਼ਿਕਾਇਤ ਜਹਾਂਗੀਰ ਕੋਲ ਲੈ ਕੇ ਜਾਂਦਾ। ਕਵੀ ਸੰਤੋਖ ਸਿੰਘ ਨੇ ਸਾਰੀ ਘਟਨਾ ਦਾ ਜ਼ਿਕਰ ਕੀਤਾ ਉਹਨਾਂ ਨੇ। ਤੇ ਜਹਾਂਗੀਰ ਨੇ ਨਾ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਬੋਲਾਂ ਨੂੰ, ਹੁਕਮ ਨੂੰ ਮੰਨਦੇ ਆ ਤੇ ਪ੍ਰਿਥੀ ਚੰਦ ਨੂੰ ਜਵਾਬ ਪਤਾ ਕੀ ਦਿੱਤਾ ਸੀ? ਤੈਨੂੰ ਪਿੰਡ ਮੈਂ ਆਪਣੇ ਕੋਲੋਂ ਦੇ ਦਿੰਦਾ, ਉਹਨਾਂ ਦੇ ਕੋਲੋਂ ਕਰ ਵੀ ਤੂੰ ਲੈਣਾ, ਤੇਰਾ ਗੁਜ਼ਰਾਨ ਉਹਨਾਂ ਨਾਲ ਚੱਲੇਗਾ, ਪਰ ਜੇ ਤੂੰ ਕਵੇਂ ਗੁਰੂ ਰਾਮਦਾਸ ਦੇ ਹੁਕਮ ਖਿਲਾਫ ਜਾਣਾ, ਉਹ ਮੇਰੇ ਵੱਸ ਦੀ ਗੱਲ ਨਹੀਂ ਹੈ। ਮੈਂ ਗੁਰੂ ਰਾਮਦਾਸ ਦੇ ਹੁਕਮ ਦੇ ਖਿਲਾਫ ਨਹੀਂ ਜਾ ਸਕਦਾ। ਵੀ ਗੁਰਤਾ ਗੱਦੀ ਜੇ ਉਹਨਾਂ ਗੁਰੂ ਅਰਜਨ ਸਾਹਿਬ ਨੂੰ ਦਿੱਤੀ ਹੈ ਤੇ ਉਹ ਉਹਨਾਂ ਦਾ ਹੁਕਮ ਹੈ, ਉਹਨਾਂ ਦੀ ਰਜ਼ਾ ਹੈ, ਤੇ ਮੈਂ ਉਹਨਾਂ ਦੀ ਰਜ਼ਾ ਦੇ ਖਿਲਾਫ ਨਹੀਂ ਜਾ ਸਕਦਾ। ਤੈਨੂੰ ਧਨ ਚਾਹੀਦਾ, ਮੈਂ ਆਪਣੇ ਕੋਲੋਂ ਦੇ ਦਿੰਦਾ। ਤੈਨੂੰ ਦੌਲਤ ਚਾਹੀਦੀ ਆ, ਉਹ ਵੀ ਦੇ ਦਿੰਦਾ। ਇੱਥੋਂ ਤੱਕ ਤੈਨੂੰ ਪਿੰਡ ਵੀ ਮੈਂ ਆਪਣੇ ਕੋਲੋਂ ਦੇ ਦਿੰਦਾ। ਉਹਨਾਂ ਵਿੱਚ ਰਹਿ ਕੇ ਤੂੰ ਆਪਣਾ ਗੁਜ਼ਰਾਨ, ਧਨ ਦੌਲਤ ਇਕੱਠਿਆਂ ਕਰ, ਤੈਨੂੰ ਕੋਈ ਰੋਕ ਰੁਕਾਵਟ ਨਹੀਂ। ਪਰ ਜੇ ਤੂੰ ਆਖੇ ਗੁਰੂ ਰਾਮਦਾਸ ਦੇ ਹੁਕਮ ਦੇ ਖਿਲਾਫ ਜਾਣਾ, ਫਿਰ ਉਹ ਮੈਂ ਨਹੀਂ ਜਾ ਸਕਦਾ। ਇਹ ਪੱਖ ਮੈਂ ਤਾਂ ਰੱਖ ਰਿਹਾ ਕਿ ਭੱਟ ਗਯੰਦ ਜੀ ਨੇ ਗੁਰੂ ਰਾਮਦਾਸ ਸਾਹਿਬ ਦੀ ਛਵੀ, ਉਹਨਾਂ ਦਾ ਸਰੂਪ ਜਦੋਂ ਵੇਖਿਆ ਨਾ, ਗੁਰੂ ਅਰਜਨ ਸਾਹਿਬ ਕੋਲੋਂ ਸੁਣਿਆ ਹੀ ਹੋਣਾ, ਸੁਭਾਵਿਕ ਜਿਹੀ ਬਾਤ ਹੈ। ਸਤਿਗੁਰੂ ਰਾਮਦਾਸ ਜੀ ਦੀ ਸ਼ੋਭਾ, ਗੁਰੂ ਰਾਮਦਾਸ ਜੀ ਦੀ ਵਡਿਆਈ, ਕਿਉਂਕਿ ਉਸ ਵਕਤ ਗੁਰਤਾ ਗੱਦੀ ਤੇ ਗੁਰੂ ਅਰਜਨ ਸਾਹਿਬ ਬੈਠੇ ਨੇ। ਤੇ ਸਤਿਗੁਰੂ ਅਰਜਨ ਸਾਹਿਬ ਕੋਲੋਂ ਜਦੋਂ ਗੁਰੂ ਰਾਮਦਾਸ ਜੀ ਦੀ ਸ਼ੋਭਾ ਨੂੰ ਸੁਣਿਆ, ਗੁਰੂ ਰਾਮਦਾਸ ਸਾਹਿਬ ਦੀ ਵਡਿਆਈ ਨੂੰ ਸੁਣਿਆ, ਤੇ ਉਹ ਵਡਿਆਈ ਸ਼ੋਭਾ ਸੁਣ ਕੇ ਕੀ ਆਖਦੇ ਨੇ ਭੱਟ ਗਯੰਦ ਜੀ? ਸਤਿਗੁਰੂ ਰਾਮਦਾਸ ਜੀ, ਜਦੋਂ ਤੁਹਾਡੀ ਛਵੀ ਬਾਰੇ ਪਤਾ ਲੱਗਾ ਤੇ ਮੈਨੂੰ ਇਹ ਮਹਿਸੂਸ ਹੋਇਆ ਕਿ ਤੁਸੀਂ ਬਾਦਸ਼ਾਹਾਂ ਤੋਂ ਵੀ ਬੜੇ ਵੱਡੇ ਬਾਦਸ਼ਾਹ ਹੋ। ਤੁਹਾਡੇ ਤਖਤ ਦੀ ਬਰਾਬਰੀ ਕੋਈ ਬਾਦਸ਼ਾਹ ਦਾ ਤਖਤ ਵੀ ਨਹੀਂ ਜੇ ਕਰ ਸਕਦਾ। ਤੁਹਾਡੀ ਬਰਾਬਰਤਾ ਕੋਈ ਬਾਦਸ਼ਾਹ ਨਹੀਂ ਜੇ ਕਰ ਸਕਦਾ। ਤੁਹਾਡੀ ਬਰਾਬਰਤਾ ਕੋਈ ਰਾਜਾ ਨਹੀਂ ਜੇ ਕਰ ਸਕਦਾ। ਤੁਹਾਡੀ ਬਰਾਬਰਤਾ ਭਾਵੇਂ ਦੁਨੀਆ ਜਿੱਤਣ ਵਾਲਾ ਕਿਉਂ ਨਾ ਹੋਵੇ, ਸਤਿਗੁਰੂ ਰਾਮਦਾਸ ਜੀ, ਦੁਨੀਆ ਜਿੱਤਣ ਵਾਲਾ ਵੀ ਤੁਹਾਡੇ ਤਖਤ ਦੀ ਕਦੇ ਬਰਾਬਰੀ ਨਹੀਂ ਜੇ ਕਰ ਸਕਦਾ। ਦੁਨੀਆ ਜਿੱਤਣ ਵਾਲਾ ਵੀ ਜਿੱਦਣ ਤੁਹਾਡੇ ਦਰ ਤੇ ਆਏਗਾ, ਉਹਨੂੰ ਆ ਕੇ ਤੁਹਾਡੇ ਦਰ ਤੇ ਨਿਵਣਾ ਹੀ ਪਏਗਾ, ਝੁਕਣਾ ਹੀ ਪਏਗਾ।
ਚਾਹੇ ਉਹ ਅੱਜ ਝੁਕ ਜਾਏ ਤੇ ਭਾਵੇਂ ਕੱਲ ਝੁਕ ਜਾਏ। ਤੁਹਾਡੇ ਦਰ ਨਾਲ ਆ ਕੇ ਮੱਥਾ ਲਾਉਣ ਵਾਲੇ ਨੂੰ ਵੀ ਅਖੀਰ ਝੁਕ ਕੇ ਹੀ ਖਹਿੜਾ ਛਡਾਉਣਾ ਪਿਆ। ਮੱਥਾ ਲਾਉਣ ਵਾਲਾ ਵੀ ਤੁਹਾਡੇ ਨਾਲੋਂ ਕਦੇ ਜਿੱਤ ਨਹੀਂ ਸਕਿਆ। ਗੁਰੂ ਰਾਮਦਾਸ ਪਾਤਸ਼ਾਹ ਦੇ ਘਰ ਨਾਲ ਮੱਥਾ ਲਾ ਕੇ ਕਿਸੇ ਦਾ ਕੀ ਬਚਿਆ? ਕਿਉਂਕਿ ਖੁਦ ਉਸ ਘਰ ਨੂੰ ਅਸੀਂ ਰੱਬ ਦਾ ਘਰ ਕਹਿੰਦੇ ਆ। ਹਰਮੰਦਰ ਹੈ ਉਹ, ਰੱਬ ਦਾ ਘਰ ਹੈ ਉਹ, ਤੇ ਰੱਬ ਦੇ ਘਰ ਨਾਲ ਮੱਥਾ ਲਾਉਣ ਵਾਲਾ ਆਪਣਾ ਕੀ ਬਚਾ ਸਕਦਾ? ਚਾਹੇ ਸਮੇਂ ਦੇ ਹਾਲਾਤਾਂ ਦੀ ਗੱਲ ਕਰ ਲਈਏ, ਉਦੋਂ ਵੀ ਤੇ ਯਤਨ ਕੀਤੇ ਹੀ ਗਏ ਨਾ ਹਰਮੰਦਰ ਸਾਹਿਬ ਨੂੰ ਢਹਿ ਢੇਰੀ ਕਰਨ ਦੇ ਲਈ। ਕਿੰਨੇ ਯਤਨ ਕੀਤੇ ਗਏ, ਪਰ ਅਖੀਰ ਉਹਨਾਂ ਨੂੰ ਝੁਕ ਕੇ ਹੀ ਆਪਣਾ ਆਪਾ ਜਿਹੜਾ ਉਹ ਬਚਾਉਣਾ ਪਿਆ, ਜਾਂ ਜੇ ਨਹੀਂ ਝੁਕੇ ਫਿਰ ਸੰਸਾਰ ਤੋਂ ਜਾਣਾ ਪਿਆ। ਨਤੀਜਾ ਇਹ ਹੀ ਹੈ। ਅਬਦਾਲੀ ਆਇਆ, ਮੱਥਾ ਲਾਉਣ ਹੀ ਆਇਆ ਸੀ ਨਾ, ਪਰ ਇਹ ਨਹੀਂ ਸੀ ਪਤਾ ਵੀ ਅੱਗੇ ਕਲਾ ਕਿਹਦੀ ਵਰਤ ਰਹੀ ਹੈ। ਚਾਹੇ ਸਮੇਂ ਦੀ ਕਿਸੇ ਵੀ ਹਾਲਾਤਾਂ ਦੀ ਗੱਲ ਕਰ ਲਓ, ਅਬਦਾਲੀ ਵੇਲੇ ਦੀ ਗੱਲ ਕਰ ਲਓ, ਚਾਹੇ ਆ ਕੁਝ ਸਮਾਂ ਪਹਿਲੋਂ ਜੋ ਹਾਲਾਤ ਬੀਤੇ ਵਰਤੇ ਉਹਨਾਂ ਹਾਲਾਤਾਂ ਦੀ ਗੱਲ ਕਰ ਲਓ, ਮੱਥਾ ਲਾਉਣ ਵਾਲੇ ਦਾ ਕੁਝ ਬਚਿਆ ਨਹੀਂ। ਤੇ ਗੁਰੂ ਰਾਮਦਾਸ ਸਾਹਿਬ ਤੁਹਾਡੀ ਛਵੀ ਵੱਲ ਜਦੋਂ ਵੇਖਿਆ ਤੇ ਮੈਨੂੰ ਲੱਗਾ ਵੀ ਤੁਸੀਂ ਬਾਦਸ਼ਾਹਾਂ ਦੇ ਬੜੇ ਵੱਡੇ ਬਾਦਸ਼ਾਹ ਹੋ। ਸਤ ਸਾਚ ਸ੍ਰੀ ਨਿਵਾਸ ਆਦ ਪੁਰਖ ਸਦਾ ਤੁਹੀ। ਵਾਹਿਗੁਰੂ 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 ਵਾਹਿ ਜੀਓ। ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੁਹੀਂ। ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਹੋ ਬਸ, ਹਰ ਇੱਕ ਤਾਕਤ ਤੁਹਾਡੇ ਅਧੀਨ ਹੈ। ਵਾਹਿਗੁਰੂ 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 ਵਾਹਿ ਜੀਓ। ਗੁਰੂ ਰਾਮਦਾਸ ਪਾਤਸ਼ਾਹ ਆਪ ਜੀ ਦੇ ਬਾਰੇ ਵਿੱਚ ਕੁਝ ਬਿਆਨ ਕਰਨਾ ਸਾਡੇ ਵੱਸ ਦੀ ਬਾਤ ਨਹੀਂ। ਤੁਸੀਂ ਆਪ ਕਿਰਪਾ ਕਰਕੇ ਜਿੰਨੀ ਕੁ ਮਤ ਜਿੰਨੀ ਕੁ ਬੁੱਧੀ ਬਖਸ਼ ਦਿੰਦੇ ਹੋ, ਉਸ ਢੰਗ ਦੇ ਨਾਲ ਤੁਹਾਡੀ ਵਡਿਆਈ ਤੁਹਾਡੀ ਸ਼ੋਭਾ ਜੀਵ ਗਾ ਲੈਂਦੇ ਨੇ। ਤੁਹਾਡੇ ਬਾਰੇ ਵਿੱਚ ਕੁਝ ਆਖਣਾ ਜੀਵਾਂ ਦੇ ਵੱਸ ਤੋਂ ਬਾਹਰ ਹੈ, ਕਿਉਂਕਿ ਤੁਸੀਂ ਖੁਦ ਪਰਮੇਸ਼ਵਰ ਸਰੂਪ ਹੋ। ਸਤਿਗੁਰੂ ਪਰਮੇਸ਼ਵਰ ਦੇ ਗੁਣਾਂ ਨੂੰ ਬਿਆਨ ਕਰਨਾ ਤੇ ਐਸੀ ਬਾਤ ਹੈ। ਤੂੰ ਸੁਲਤਾਨ ਕਹਾਂ ਹਉ ਮੀਆਂ, ਤੇਰੀ ਕਵਨ ਵਡਾਈ। ਜੋ ਤੂੰ ਦੇ ਸੋ ਕਹਾਂ ਸੁਆਮੀ, ਮੈਂ ਮੂਰਖ ਕਹਿਣ ਨਾ ਜਾਈ। ਬਸ ਤੁਹਾਡੀ ਛਵੀ ਨੂੰ ਵੇਖ ਕੇ ਇਹੀ ਆਖਿਆ ਜਾ ਸਕਦਾ, ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਪੂਰੀ ਹੋਈ ਕਰਾਮਾਤ ਆਪ ਸਿਰਜਣਹਾਰੈ ਧਾਰਿਆ। ਇਸ ਤੋਂ ਵੱਧ ਕੇ ਨਹੀਂ, ਕਿਉਂਕਿ ਗੁਰੂ ਰਾਮਦਾਸ ਪਾਤਸ਼ਾਹ ਜੀ ਤੁਸੀਂ ਖੁਦ ਪਰਮੇਸ਼ਵਰ ਵੱਲੋਂ ਵਰੋਸਾਏ ਹੋ, ਤੇ ਉਸ ਮਾਲਕ ਨੇ ਆਪ ਕਿਰਪਾ ਕਰਕੇ ਖੁਦ ਆਪਣਾ ਸਰੂਪ ਤੁਹਾਨੂੰ ਬਖਸ਼ਿਸ਼ ਕੀਤਾ। ਨਾ ਰੱਬ ਬਾਰੇ ਕੁਝ ਆਖਿਆ ਜਾ ਸਕਦਾ ਤੇ ਨਾ ਹੀ ਤੁਹਾਡੇ ਬਾਰੇ ਕੁਝ ਆਖਿਆ ਜਾ ਸਕਦਾ। ਸਤਿਗੁਰੂ ਕਿਤੇ ਕਿਰਪਾ ਕਰਨ, ਸਾਡੇ ਸਭਨਾਂ ਦੇ ਸਿਰਾਂ ਉੱਤੇ ਆਪ ਆਪਣਾ ਬਖਸ਼ਿਸ਼ ਭਰਿਆ ਹੱਥ ਰੱਖਣ। ਕਿਤੇ ਮਾਲਕ ਜੀ ਦੀ ਕਿਰਪਾ ਦੇ ਸਦਕਾ ਗੁਰੂ ਵੱਲੋਂ ਪਾਏ ਹੋਏ ਪੂਰਨੇ ਧੰਨ ਗੁਰੂ ਰਾਮਦਾਸ ਪਾਤਸ਼ਾਹ ਵੱਲੋਂ ਦਰਸਾਏ ਮਾਰਗ ਉੱਤੇ ਸਾਨੂੰ ਚੱਲਣ ਦੀ ਜਾਚ ਆ ਜਾਏ, ਉਹਨਾਂ ਦੇ ਗੁਣ ਗਾਇਨ ਕਰਨ ਦੀ ਜਾਚ ਆ ਜਾਏ। ਉਹਨਾਂ ਦੇ ਗੁਣਾਂ ਨੂੰ ਗਾਉਂਦਿਆਂ ਗਾਉਂਦਿਆਂ ਕਿਤੇ ਉਹਨਾਂ ਵਿੱਚ ਲੀਨਤਾ ਅਸੀਂ ਹਾਸਲ ਕਰ ਲਈਏ, ਤਾਂ ਜੋ ਆਪਣੇ ਜੀਵਨ ਸਫਲ ਕਰਕੇ ਸੰਸਾਰ ਤੋਂ ਜਾਈਏ। ਸਤਿਗੁਰੂ ਪਾਤਸ਼ਾਹ ਦੇ ਅੱਗੇ ਹਰ ਵਕਤ ਇਹ ਅਰਦਾਸ, ਇਹ ਅਰਜ਼ੋਈ ਜਿਹੜੀ ਉਹ ਕਰਦੇ ਰਿਹਾ ਕਰੋ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ, ਐਸਾ ਗੁਰਵਡ ਭਾਗੀ ਪਾਇਆ। ਗੁਰਵਡ ਭਾਗੀ ਪਾਇਆ,
ਐਸਾ ਗੁਰ ਵੱਡ ਭਾਗੀ ਪਾਇਆ। ਭੂਲੇ ਮਾਰਗ ਜਿਨ ਹੈ ਬਤਾਇਆ, ਭੂਲੇ ਮਾਰਗ ਜਿਨ ਹੈ ਬਤਾਇਆ। ਐਸਾ ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਗੁਰ ਵੱਡ ਭਾਗੀ ਪਾਇਆ, ਐਸਾ ਗੁਰ ਵੱਡ ਭਾਗੀ ਪਾਇਆ। ਸਤਿਗੁਰੂ ਪਾਤਸ਼ਾਹ ਕਿਰਪਾ ਕਰਨ, ਕਿਤੇ ਆਪ ਸੁਮਤ ਬਖਸ਼ਿਸ਼ ਕਰਕੇ ਆਪਣੀ ਦਰਸਾਏ ਮਾਰਗਾਂ ਦੇ ਉੱਤੇ ਚੱਲਣ ਦਾ ਬਲ ਬਖਸ਼ਿਸ਼ ਕਰਨ, ਤਾਂ ਜੋ ਮਾਰਗ ਤੇ ਚੱਲਦਿਆਂ ਹੋਇਆਂ ਸਾਡੇ ਵੀ ਇਹ ਲੋਕ ਸੁਖੀਏ ਪਰਲੋਕ ਸੁਹੇਲੇ। ਨਾਨਕ ਹਰ ਪ੍ਰਭ ਆਪੇ ਮੇਲੇ, ਹੋਈਆਂ ਬੇਅੰਤ ਭੁੱਲਾਂ ਦੀ ਖਿਮਾ ਬਖਸ਼ਣੀ। ਆਓ ਅੱਜ ਦੇ ਪਾਵਨ ਬਚਨ ਆਪਣੇ ਹਿਰਦਿਆਂ ਵਿੱਚ ਵਸਾ ਲਈਏ। ਸਤ ਸਾਚ ਸ੍ਰੀ ਨਿਵਾਸ, ਆਦ ਪੁਰਖ ਸਦਾ ਤੁਹੀ। ਵਾਹਿਗੁਰੂ 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 ਵਾਹਿ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।